ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਅੱਜ ਦਾ ਮੁੱਦਾ ਵੀ ਤੁਹਾਡਾ ਸਭ ਦਾ ਸਵਾਗਤ ਕਰਦਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਹੁਤ ਸਾਰੇ ਸਮਾਗਮ ਕਰਵਾਏ ਜਾਂਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਬਹੁਤ ਸਾਰੀਆਂ ਜਥੇਬੰਦੀਆਂ ਇਸ ਮੌਕੇ ਤੇ ਗੁਰੂ ਘਰਾਂ ਵਿੱਚ ਅਰਦਾਸਾਂ ਕਰਦੀਆਂ ਨੇ ਤੇ ਉਸ ਸ਼ਹਾਦਤ ਨੂੰ ਨਮਨ ਕਰਦੀਆਂ ਨੇ। ਇਸੇ ਮੁਤਲਕ ਸਿਆਸਤ ਵੀ ਬਹੁਤ ਹੁੰਦੀ ਪਈ ਹੈ। ਸਿਆਸਤ ਕਿਉਂ ਹੁੰਦੀ ਪਈ ਹੈ? 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਉਸ ਐਲਾਨ ਤੋਂ ਬਾਅਦ ਜਿਹੜਾ ਫੈਸਲਾ ਸਾਹਮਣੇ ਆਉਂਦਾ ਹੈ ਤੇ ਉਸ ਫੈਸਲੇ ਤੋਂ ਬਾਅਦ ਇਤਰਾਜ਼ ਇਹ ਹੁੰਦਾ ਕਿ ਵੀਰ ਬਾਲ ਦਿਵਸ ਨਾਮ ਨਹੀਂ ਹੋਣਾ ਚਾਹੀਦਾ ਤੇ ਇਸ ਨਾਮ ਦਾ ਮੁੱਦਾ ਜਿਹੜਾ ਉਹ ਪਾਰਲੀਮੈਂਟ ਵਿੱਚ ਵੀ ਗੂੰਜਿਆ ਹੈ। ਇਸੇ ਕਰਕੇ ਸਾਨੂੰ ਅੱਜ ਪੁੱਛਣਾ ਪੈ ਰਿਹਾ ਵੀਰ ਬਾਲ ਦਿਵਸ ਤੇ ਇਤਰਾਜ਼ ਕਿਉਂ। फटाफट तुहानूं पॉइंटर दस दिए। उस तो बाद बहुत ही खास मेहमान साडे मौजूद सुन के अज का मुद्दा क्यों वीर बाल दिवस से ये सारी डिबेट है जी पकी हुई है। वीर बाल दिवस का नाम बदलने की मंग होर तेज हुई है। देश की पार्लीमेंट में ये नाम बदलने का मुद्दा गूंज रहा है तो इस करके अज सानूं ये सवाल करने पै रहे। अकाली दल की मैंबर पार्लीमेंट हरसिमरत कौर बादल ने यह मंग रखी है। नाम ते असहमति जताते हुए उन्होंने फैसले लिए केंद्र का धन्यवाद भी किया। इस तो इलावा होर जथेबंदियां उन्होंने भी धन्यवाद किया पर नाम ते इतराज़ बहुतियां जथेबंदियां नूं हैगा। साहिबजादे शहादत दिवस रखने की मंग की है। हालांकि कई थां साहिबजादा शहादत दिवस की मंग रखी जा रही है। वड्डी गिनती सिख संस्थावां नूं नाम ते इतराज़ है तो इसे इतराज़ के विचाले ये चर्चा जिहड़ी वो साडे सामने पई है। 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਇਹ ਫੈਸਲਾ ਹੋਇਆ ਸੀਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਹਦਾ ਐਲਾਨ ਕੀਤਾ ਸੀਗਾ ਤੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਇਤਰਾਜ਼ ਕਰਦੀਆਂ ਪਈਆਂ ਉਹਨਾਂ ਵਿੱਚ ਇੱਕ ਜਾਗੋ ਵੀ ਹੈ ਤੇ ਜਾਗੋ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਤੱਕ ਲਿਖ ਦਿੱਤੀ ਹੈ ਤੇ ਬਹੁਤ ਹੀ ਖਾਸ ਮਹਿਮਾਨ ਸਾਡਾ ਮੌਜੂਦ ਹੈ। ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਚਰਚਾ ਇਹ ਸ਼ੁਰੂ ਕਰਾਂਗੇ। ਹਰਸਿਮਰਤ ਸਿੰਘ ਬਹੁਤ ਹੀ ਬੁੱਧੀਜੀਵੀ ਨੇ, ਬਹੁਤ ਹੀ ਲੰਬੀਆਂ ਇਹਨਾਂ ਨੇ ਚਰਚਾਵਾਂ ਕੀਤੀਆਂ ਨੇ ਇਹਨਾਂ ਮੁੱਦਿਆਂ ਦੇ ਉੱਤੇ ਤੇ ਕਿਤਾਬਾਂ ਵੀ ਲਿਖੀਆਂ ਤੇ ਹਰਸਿਮਰਤ ਸਿੰਘ ਇਸ ਪੂਰੇ ਮੁੱਦੇ ਸਾਨੂੰ ਚਾਨਣਾ ਪਾ ਸਕਦੇ। ਸਿੱਖ ਬੁੱਧੀਜੀਵੀ ਨੇ, ਸਿੱਖ ਸਕਾਲਰ ਨੇ। ਹਰਸਿਮਰਤ ਸਿੰਘ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ ਜੀ, ਧੰਨਵਾਦ ਜੀ। ਭਗਵੰਤ ਸਿੰਘ ਸਿਆਲਕਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਉੱਚ ਅਹੁਦਿਆਂ 'ਤੇ ਰਹੇ ਆ ਤੇ ਹੁਣ ਵੀ ਉਹ ਮੈਂਬਰ ਨੇ। ਭਗਵੰਤ ਸਿੰਘ ਸਿਆਲਕਾ ਹਰੀ ਸਾਨੂੰ ਇਹ ਦੱਸਣ ਦੀ ਖੇਚਰ ਕਰਨਗੇ ਕਿ SGPC ਨੂੰ ਇਸ ਪੂਰੇ ਮਾਮਲੇ 'ਤੇ ਇਤਰਾਜ਼ ਕੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਕਹਿ ਰਿਹਾ ਤੇ ਅਕਾਲੀ ਦਲ ਕੀ ਕਹਿ ਰਿਹਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਆ। ਭਗਵੰਤ ਸਿੰਘ ਸਿਆਲਕਾ ਖੁਦ ਵਕੀਲ ਵੀ ਨੇ। ਸਿਆਲਕਾ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਗੁਰਦੀਪ ਸਿੰਘ ਗੋਸ਼ਾ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ। ਇਸ ਤੋਂ ਪਹਿਲਾਂ SGPC ਦੇ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਉਹਨਾਂ ਵਿੱਚ ਵੀ ਉਤਰ ਚੁੱਕੇ ਆ ਤੇ ਪਹਿਲਾਂ ਅਕਾਲੀ ਦਲ ਵਿੱਚ ਵੀ ਰਹੇ ਆ ਤੇ ਇਹਨਾਂ ਨੂੰ ਇਸ ਮੁੱਦੇ ਦੀ ਸੰਜੀਦਗੀ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੋਊਗਾ ਤੇ ਇਸ ਲਈ ਇਹਨਾਂ ਦੀ ਪਾਰਟੀ ਨੇ ਇਹਨੂੰ ਭੇਜਿਆ। ਗੁਰਦੀਪ ਸਿੰਘ ਗੋਸ਼ਾ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਗੁਰਦੀਪ ਸਿੰਘ ਗੋਸ਼ਾ ਤੁਹਾਡਾ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਮੈਂ ਸਾਰੇ ਹੀ ਮਹਿਮਾਨਾਂ ਨੂੰ ਤਾਕੀਦ ਕਰਦਾ ਕਿ ਇਸ ਮੁੱਦੇ 'ਤੇ ਬਹੁਤ ਹੀ ਸੰਜੀਦਗੀ ਨਾਲ ਚਰਚਾ ਜ਼ਰੂਰਤ ਹੈ ਤੇ ਸੰਜੀਦਗੀ ਨਾਲ ਹੀ ਗੱਲ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ। ਸਿਆਲਕਾ ਸਾਹਿਬ ਸਰ ਤੁਹਾਨੂੰ ਇਤਰਾਜ਼ ਕੀ ਹੈ ਸਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ। ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜਦੋਂ ਕੇਂਦਰ ਦੀ ਸਰਕਾਰ ਕੋਈ ਦਿਵਸ ਮਨਾਉਂਦੀ ਹੈ ਨਾ ਜਾਂ ਕੋਈ ਐਲਾਨ ਕਰਦੀ ਹੈ ਉਹ ਇੱਕ ਵੱਡਾ ਮੈਸੇਜ ਜਾਂਦਾ। ਬਟ ਇਹਦੇ ਤੋਂ ਇਲਾਵਾ ਵੀ ਸਿੱਖ ਕੌਮ ਹਮੇਸ਼ਾ ਤੋਂ ਆਪਣੇ ਦੇਖੋ ਗੁਰਮਤਿ ਅਨੁਸਾਰ ਵੱਡੇ ਜੋੜ ਮੇਲੇ ਜਿਹੜੇ ਨੇ ਉਹ ਮਨਾਏ ਜਾਂਦੇ ਨੇ। ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਦਾ ਜੀ, ਸਾਹਿਬਜ਼ਾਦਿਆਂ ਦੀ। ਮੇਰੀ ਗੁਜ਼ਾਰਿਸ਼ ਹੈ ਸਰ ਸ਼ਹੀਦੀ ਜੋੜ ਮੇਲ ਕਹੋਗੇ ਤਾਂ ਜ਼ਿਆਦਾ ਬਿਹਤਰ ਹੈ ਸਰ। ਹਾਂਜੀ। ਤੇ ਇਹਦੇ ਤੋਂ ਬਾਅਦ ਅਗਲਾ ਜਿਹੜਾ ਨਾ ਜੀ ਉਹ ਦੀਵਾਲੀ, ਵਿਸਾਖੀ ਅਨੰਦਪੁਰ ਸਾਹਿਬ, ਵਿਸਾਖੀ ਦਮਦਮਾ ਸਾਹਿਬ ਦੀ, ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਤੇ ਦੀਵਾਲੀ ਅੰਮ੍ਰਿਤਸਰ ਸਾਹਿਬ ਦੀ ਇਹ ਤੇ ਮਾਘੀ ਮੁਕਤਸਰ ਸਾਹਿਬ ਦੀ ਇਹ ਪੰਥ ਦੇ ਜੋੜ ਮੇਲੇ ਨੇ। ਜਿਹੜਾ ਇਸ ਵੇਲੇ ਕੇਂਦਰ ਦੀ ਸਰਕਾਰ ਨੇ ਇਹਦੇ ਸੰਬੰਧ ਵਿੱਚ ਫੈਸਲਾ ਕੀਤਾ, ਇਹ ਫੈਸਲਾ ਸ਼ਲਾਘਾਯੋਗ ਆ। ਪਰ ਵੀਰ ਬਾਲ ਕਿਉਂਕਿ ਗੁਰਮਤਿ ਅਨੁਸਾਰ ਤੁਸੀਂ ਅਰਦਾਸ ਦਾ ਹਿੱਸਾ ਵੇਖ ਲਓ, ਸਾਹਿਬਜ਼ਾਦਿਆਂ ਨੂੰ ਬਾਬਾ ਲਫ਼ਜ਼ ਜਿਹੜਾ ਬਹੁਤ ਥੋੜੇ ਥਾਈਂ ਵਰਤਿਆ ਗਿਆ ਜੀ ਗੁਰਮਤਿ ਦੇ ਇਤਿਹਾਸ ਦੇ ਵਿੱਚ। ਸਾਹਿਬਜ਼ਾਦਿਆਂ ਨੂੰ ਬਾਬਾ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਜੀ ਅੱਜ ਤਾਈਂ ਗੁਰਮਤਿ ਦੇ ਵਿੱਚ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ। ਇੱਕ ਬਾਬਾ ਲਫ਼ਜ਼ ਵਰਤਿਆ ਗਿਆ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਬਾਬਾ ਦੀਪ ਸਿੰਘ ਜੀ ਦੀ। ਹੋਰ ਬਹੁਤ ਘੱਟ ਜਿਹੜੀਆਂ ਉਹ ਸ਼ਖਸੀਅਤਾਂ ਉਹਨਾਂ ਵਾਸਤੇ ਬਾਬਾ ਲਫ਼ਜ਼ ਵਰਤਿਆ ਜਾਂਦਾ। ਸਾਡੇ ਵੀ ਜਿਹੜਾ ਸਾਹਿਬਜ਼ਾਦਿਆਂ ਦਾ
ਉਹਨਾਂ ਦਾ ਸਤਿਕਾਰ ਸਾਡੇ ਮਨਾਂ 'ਚ ਜਿਹੜਾ ਸਿਧਾਂਤ ਜਾਂ ਫਲਸਫਾ ਦਿੱਤਾ, ਉਹ ਬਹੁਤ ਛੋਟੀ ਉਮਰ 'ਚ ਉਹਨਾਂ ਦੀ ਸ਼ਹਾਦਤ ਹੋਈ ਆ। ਪਰ ਉਹ ਜਿਹੜੇ ਸਿਧਾਂਤ ਤੇ ਪਹਿਰਾ ਦਿੱਤਾ, ਜਿਸ ਫਲਸਫੇ ਲਈ ਉਹਨਾਂ ਨੇ ਦਿੱਤਾ, ਤੁਸੀਂ ਇਤਿਹਾਸ ਖੋਲ ਕੇ ਵੇਖ ਲਓ। ਟੀਪੂ ਸੁਲਤਾਨ ਦੇ ਬੇਟੇ ਜਿਹੜੇ ਆ ਉਹ ਜਰਗਮਾਲ ਗਏ। ਇਸ ਤਰ੍ਹਾਂ ਹੋਰ ਵੀ ਰਾਜਿਆਂ ਮਹਾਰਾਜਿਆਂ ਦੇ ਜਿਹੜਾ ਪਟਿਆਲੇ ਵਾਲਿਆਂ ਦਾ ਠੀਕ ਹੈ। ਸੈਲਕਾ ਸਾਹਿਬ, ਮੈਂ ਸਿੱਧਾ ਪੁਆਇੰਟ ਤੇ ਆ ਰਿਹਾ। ਸੈਲਕਾ ਸਾਹਿਬ, ਮੇਰਾ ਸਵਾਲ ਹੈ ਸਰ, ਜਿਹੜੀਆਂ ਜਥੇਬੰਦੀਆਂ ਨੇ ਵੀਰ ਬਾਲ ਦਿਵਸ ਦਾ ਸਵਾਗਤ ਕੀਤਾ ਜਦੋਂ ਇਹ ਨਾਮ ਸਾਹਮਣੇ ਆਇਆ ਸੀਗਾ, ਉਹਨਾਂ ਨੂੰ ਅੱਜ ਤੁਸੀਂ ਕੀ ਕਹੋਗੇ? ਵੇਖੋ, ਕੁਝ ਚੀਜ਼ਾਂ ਜਿਹੜੀਆਂ ਨਾ ਉਹਦੇ ਤੇ ਰਿਐਕਸ਼ਨ ਜਿਹੜਾ ਮੈਂ ਸਮਝਦਾ ਵਾਂ ਗੁਰਮਤ ਦੇ ਅਨੁਸਾਰ ਹੀ ਦੇਣਾ ਚਾਹੀਦਾ। ਜੇ ਕਿਸੇ ਨੇ ਉਹਦੇ ਤੇ ਸਵਾਦ ਕੀਤਾ ਸੀ ਤੇ ਗੁਰਮਤ ਦੇ ਇਤਿਹਾਸ ਦੇ ਮੁਤਾਬਕ ਉਹਨਾਂ ਨੂੰ ਇਹੋ ਹੀ ਜਿਹੜਾ ਉਹ ਗੱਲ ਬਣਦੀ ਆ ਵੀ ਜਿਹੜਾ ਇਹਨਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਵੇ ਜਾਂ ਸ਼ਹੀਦੀ ਜੋੜ ਮੇਲੇ ਵਜੋਂ ਅਸੀਂ ਮਨਾਉਂਦੇ ਆਏ, ਪਹਿਲਾਂ ਤਾਂ ਇਤਿਹਾਸ ਦੇ ਤੌਰ ਤੇ ਮਨਾਉਂਦੇ ਆਏ। ਮੈਂ ਉਹ ਵੀ ਗੱਲ ਜਿਹੜੀ ਆ ਨਾ ਉਹ ਇਸ ਕਰਕੇ ਗੱਲ ਕੀਤੀ ਸੀ ਜੀ ਕਿ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ, ਉਹ ਜੇ ਕੋਈ ਹੋਰ ਜਰਗਮਾਲ ਰਹੇ ਨੇ ਤੇ ਉਹਨਾਂ ਦੇ ਉਹ ਸ਼ਰਤਾਂ ਦੇ ਮੁਤਾਬਕ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਰਤਾਂ ਨਹੀਂ ਮੰਨੀਆਂ। ਚਲੋ, ਸ਼ਹਾਦਤ ਠੀਕ ਹੈ। ਬੜੀ ਵੱਡੀ ਕੁਰਬਾਨੀ ਆ ਤੇ ਵੱਡਾ ਸਿਧਾਂਤ ਛੋਟੀ ਉਮਰ ਦੇ ਵਿੱਚ ਉਹਨੂੰ ਪ੍ਰਗਟ ਕੀਤਾ। ਚਲੋ, ਗੁਰਦੀਪ ਸਿੰਘ ਗੋਸ਼ਾ, ਤੁਹਾਡੇ ਤੇ ਸਿੱਧਾ ਸਵਾਲ ਇਹ ਚੁੱਕਿਆ ਜਾ ਰਿਹਾ ਕਿ ਤੁਸੀਂ ਨਹਿਰੂ ਦੇ ਨਾਲ ਇਸ ਪੂਰੇ ਸੰਦਰਭ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰਦੀਪ ਸਿੰਘ ਗੋਸ਼ਾ। ਕੇਪੀ ਸਾਹਿਬ, ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ। ਉਹਦਾ ਕਾਰਨ ਹੈ ਕਿ ਸਾਡੀ ਬੜੇ ਲੰਬੇ ਸਮੇਂ ਤੋਂ ਇਹ ਡਿਮਾਂਡ ਸੀਗੀ। ਅਸੀਂ ਜਦੋਂ 2 ਅਕਤੂਬਰ ਦੀ ਗੱਲ ਆਉਂਦੀ, ਸਾਰਿਆਂ ਨੂੰ ਪਤਾ 2 ਅਕਤੂਬਰ ਨੂੰ ਕਿਹਦਾ ਜਨਮ ਦਿਨ ਮਨਾਇਆ ਜਾਂਦਾ, ਜਯੰਤੀ ਕਦੀ ਮਨਾਈ ਜਾਂਦੀ ਹੈ, ਠੀਕ ਹੈ ਨਾ। ਚਿਲਡਰਨ ਡੇ ਕਿਸ ਦਿਨ ਮਨਾਇਆ ਜਾਂਦਾ ਉਹ ਵੀ ਸਾਰਿਆਂ ਨੂੰ ਪਤਾ। ਜਦੋਂ ਸਰਕਾਰੀ ਦਿਨ ਬਣ ਜਾਂਦੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿਹੜੇ ਦਿਨ ਹੈ। ਪਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਸਮੁੱਚੀ ਦੁਨੀਆ ਵਾਸਤੇ ਇੱਕ ਮੋਰਲ ਹੈ। ਵੱਡੇ ਸਾਹਿਬਜ਼ਾਦੇ 17 ਕੁ ਸਾਲ ਦੇ, 14 ਸਾਲ ਦੇ ਤੇ ਛੋਟੇ ਸਾਹਿਬਜ਼ਾਦੇ 9 ਸਾਲ ਤੇ 7 ਸਾਲ ਦੇ ਸੀਗੇ। ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਸਾਡੀ ਇੰਨੀ ਸੋੜੀ ਸੋਚ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਨੇ ਐਡਾ ਵੱਡਾ ਫੈਸਲਾ ਲਿੱਤਾ ਤੇ ਸਾਡਾ ਫਰਜ਼ ਬਣਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਇਸ ਗੱਲ ਦਾ ਸਵਾਗਤ ਕਰਦੇ। ਪਰ ਉਹਨਾਂ ਨੇ ਸੋੜੀ ਸੋਚ ਕਿਉਂ ਦਿਖਾਈ? ਇਹਦੇ ਪਿੱਛੇ ਕਾਰਨ ਹੈ। ਕਾਰਨ ਇਹ ਹੈ ਵੀ ਜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਹੁੰਦਾ, ਇਹ ਤਾਂ ਇਹਨਾਂ ਨੇ ਚਾਹ ਦੇ ਨਾਲ ਕਹਿਣਾ ਸੀ ਹਰ ਗੁਰਦੁਆਰੇ 'ਚ ਅਰਦਾਸ ਕਰੋ। ਪਰ ਇਹਨਾਂ ਨੇ ਸੋੜੀ ਸੋਚ ਇਸ ਕਰਕੇ ਦਿਖਾਈ ਹੈ, ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਵੀ ਪ੍ਰਭਾਵ ਇਹਨਾਂ ਦਾ ਇਹਨਾਂ ਨੇ ਤਾਂ ਦਿਖਾਈ ਹੈ ਕਿ ਦੱਸ ਸਕਣ ਵੀ ਭਾਜਪਾ ਦੇ ਨਾਲ ਜੇ ਅਕਾਲੀ ਦਲ ਨਹੀਂ ਤੇ ਅਸੀਂ ਏਦਾਂ ਦੇ ਕੰਮ ਕਰਾਂਗੇ। ਪਰ ਮੈਂ ਇੱਕ ਬੇਨਤੀ ਕਰਦਾ, ਦੇਖੋ ਸਾਡੀ ਸਿੱਖਾਂ ਦੀ ਇੰਨੀ ਸੋੜੀ ਸੋਚ ਨਹੀਂ, ਬੜੀ ਵੱਡੀ ਸ਼ਹਾਦਤ ਹੈ। ਅਸੀਂ ਨਮਸਕਾਰ ਕਰਦੇ ਹਾਂ। ਇੱਕ ਗੱਲ ਮੈਂ ਕਹਿ ਦਿੰਦਾ, ਅੱਜ ਮੈਂ ਚੈਨਲ ਦੇ ਉੱਤੇ ਕੇਪੀ ਸਾਹਿਬ ਦੱਸਣਾ ਚਾਹੁੰਦਾ, ਇਹ ਸਮੁੱਚੀ ਦੁਨੀਆ 'ਚ ਚੈਨਲ ਚੱਲਦਾ, ਸਮੁੱਚੀ ਦੁਨੀਆ ਦੇ ਬੱਚੇ ਇਸ ਬਾਰੇ ਹੁਣ ਪਤਾ ਕਰਨਗੇ, ਵੀਰ ਬਾਲ ਦਿਵਸ ਦੇ ਉੱਤੇ ਖੋਜ ਕਰਿਆ ਕਰਨਗੇ। ਖਾਸ ਕਰਕੇ ਭਾਰਤ ਦੇਸ਼ ਦੇ ਅੰਦਰ, ਚਾਹੇ ਉੜੀਸਾ ਦੇ ਵਿੱਚ ਉੜੀ ਪੜਦਾ, ਚਾਹੇ ਬੰਬੇ ਦੇ ਵਿੱਚ ਮਰਾਠੀ ਪੜਦਾ, ਚਾਹੇ ਯੂਪੀ 'ਚ ਹਿੰਦੀ ਪੜਦਾ, ਚਾਹੇ ਕਿਸੇ ਕਰਨਾਟਕਾ 'ਚ ਕੰਨੜ ਪੜਦਾ, ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਹੋਊਗਾ ਉਸ ਭਾਸ਼ਾ ਦੇ ਵਿੱਚ ਬੱਚੇ ਸਾਹਿਬਜ਼ਾਦਿਆਂ ਬਾਰੇ ਪੜਨਗੇ, ਵੱਡੇ ਸਾਹਿਬਜ਼ਾਦਿਆਂ ਬਾਰੇ ਪੜਨਗੇ, ਦਸਮ ਪਾਤਸ਼ਾਹ ਬਾਰੇ ਪੜਨਗੇ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਪੜਨਗੇ, ਗੁਰੂ ਨਾਨਕ ਸਾਹਿਬ ਤੱਕ ਜਾਣਗੇ। ਐਡੀ ਵੱਡੀ ਅਚੀਵਮੈਂਟ ਹੈ ਸਾਡੀ। ਪਰ ਇਸ ਗੱਲ ਨੂੰ ਅਸੀਂ ਸੋੜੀ ਸੋਚ ਦੇ ਵਿੱਚ ਕਰਦੇ ਹਾਂ। ਤੇ ਮੈਂ ਇੱਕ ਬੇਨਤੀ ਕਰਾਂਗਾ ਗੋਸ਼ਾ ਜੀ, ਮੈਂ ਤੁਹਾਡੀ ਪੂਰੀ ਗੱਲ ਸੁਣੀ ਹੈ। ਗੋਸ਼ਾ ਜੀ, ਜਿਹੜਾ ਸਵਾਲ ਤੁਹਾਡੇ ਤੇ ਚੁੱਕਿਆ ਜਾ ਰਿਹਾ, ਮਨਜੀਤ ਸਿੰਘ ਜੀ ਕੀ ਹਰਾਂ ਦੀ ਚਿੱਠੀ, ਉਹਦੇ ਵਿੱਚ ਵੀ ਨਹਿਰੂ ਦਾ ਜ਼ਿਕਰ ਕੀਤਾ ਗਿਆ ਕਿ ਤੁਸੀਂ ਨਹਿਰੂ ਨਾਲ ਮਿਲਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਨਹਿਰੂ ਵਾਲੀ ਪੋਲਿਟਿਕਸ ਹੈ ਉਹਨੂੰ ਖਤਮ ਕਰਨ ਲਈ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਦੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਗੋਸ਼ਾ ਜੀ, ਉਹਦਾ ਕੀ ਜਵਾਬ ਦੋਗੇ? ਕੇਪੀ ਸਾਹਿਬ, ਨਹਿਰੂ ਜੀ ਦੀ ਕਿਹੜੀ ਸ਼ਹਾਦਤ ਹੈਗੀ ਹੈ? ਛੋਟੇ ਸਾਹਿਬਜ਼ਾਦੇ ਦੀ ਗੱਲ ਹੋਰ ਹੈ। ਵੀਰ ਦਾ ਮਤਲਬ ਹੁੰਦਾ ਜਿਹੜਾ ਸ਼ਹਾਦਤ ਵਾਲਾ ਵੀਰ ਕਹਿੰਦੇ, ਆਪਾਂ ਕਹਿੰਦੇ ਨਹੀਂ ਵੀਰ ਹੈ ਸਾਡਾ। ਤੇ ਬਾਲ ਦਿਵਸ ਕਿਉਂ ਨਹੀਂ ਕਿਹਾ ਜਾ ਸਕਦਾ? ਮੈਨੂੰ ਇਹ ਦੱਸ ਦੇਣਾ। ਬਾਲ ਉਮਰ ਦੇ ਵਿੱਚ ਜਿਹੜੇ ਸ਼ਹਾਦਤ ਹੋਵੇ ਤੇ ਬਾਲ ਦਿਵਸ ਕਿਉਂ ਨਹੀਂ ਕਿਹਾ ਜਾਂਦਾ? ਮੈਂ ਇਹਨਾਂ ਨੂੰ 3 ਸਵਾਲ ਪੁੱਛ ਦਿੰਦਾ। ਇਹਨਾਂ ਦੀ ਜੇ ਸੋੜੀ ਸੋਚ ਹੁੰਦੀ ਤਾਂ ਫਿਰ ਗੁਰਦੁਆਰਾ ਬਾਲ ਲੀਲਾ ਹੀ ਨਾ ਬਣਦਾ। ਉਹ ਵੀ ਬਾਲ ਲੀਲਾ ਹੈਗਾ। ਉਹ ਬਾਲ ਲੀਲਾ ਕਿਉਂ ਹੈਗਾ? ਗੁਰਦੁਆਰਾ ਦੱਸ ਦੇਣ। ਏਦਾਂ ਦੀ 8ਵੇਂ ਪਾਤਸ਼ਾਹ ਨੂੰ ਕੀ ਕਹਿੰਦੇ ਆ? ਬਾਲਾ ਪ੍ਰੀਤਮ ਜੀ ਵੀ ਕਹਿੰਦੇ ਆ। ਉਹਨਾਂ ਦੇ ਨਾਮ ਤੇ ਵੀ ਗੁਰਦੁਆਰੇ ਹੈਗੇ, ਉਹਨਾਂ ਦੇ ਨਾਮ ਤੇ ਟਰਸਟਾਂ ਬਣੀਆਂ ਹੋਈਆਂ। ਆਪਾਂ ਇੰਨੀ ਸੋੜੀ ਸੋਚ ਤਾਂ ਨਹੀਂ ਹੋ ਸਕਦੀ। ਨਾਲੇ ਇਹਨਾਂ ਨੇ ਗੱਲ ਕੀਤੀ ਬਾਬਾ ਸ਼ਬਦ ਦੀ ਗੱਲ ਕੀਤੀ ਹੈ। ਫਿਰ ਕਈ ਇਹਨਾਂ ਦੇ ਜਥੇਦਾਰ ਮੁਖੀ ਹੈਗੇ ਆ, ਉਹਨਾਂ ਦੇ ਨਾਲ ਆਪ ਬਾਬਾ ਸ਼ਬਦ ਕਹਿ ਕੇ ਉਚਾਰਨ ਕਰਦੇ। ਜਦੋਂ ਸ਼੍ਰੋਮਣੀ ਕਮੇਟੀ ਦੀ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ, ਇਹ ਕਹਿੰਦੇ ਬਾਬਾ ਜੀ ਉਹਨਾਂ ਨੂੰ ਲਾਇਆ ਜਾਂਦਾ। ਇਹ ਚੀਜ਼ਾਂ ਸੋੜੀ ਸੋਚ ਨਹੀਂ ਹੈ ਸਾਡੀ। ਸਾਡੀ ਵੱਡੀ ਸੋਚ ਹੈ। ਅਸੀਂ ਇਹ ਦੇਖੀਏ ਕੇਪੀ ਸਾਹਿਬ ਵੀ ਸਾਡੀ ਐਡੀ ਅਚੀਵਮੈਂਟ ਹੋਈ ਹੈ, ਸਮੁੱਚੀ ਦੁਨੀਆ ਦੇ ਹੁਣ ਲੋਕ ਜਾਣਨਗੇ। ਗਾਂਧੀ ਜੀ ਬਾਰੇ ਪੁੱਛਣਾ ਤੇ ਸਾਰਿਆਂ ਨੂੰ ਪਤਾ 2 ਅਕਤੂਬਰ ਆ ਜਾਂਦਾ।
ਚਲੋ ਤੇ ਅਸੀਂ ਏਡੀ ਵੱਡੀ ਅਚੀਵਮੈਂਟ ਹੈ ਸਾਡੀ, ਇਹਦੀ ਅਸੀਂ ਦੇ ਹੀ ਨਹੀਂ ਸਕਦੇ ਦੇਣੀ। ਚਲੋ ਮੈਂ ਤੁਹਾਨੂੰ ਅੱਜ ਸਾਰਿਆਂ ਨੂੰ ਸੁਣਨਾ ਬਹੁਤ ਚੰਗੀ ਤਰ੍ਹਾਂ ਸੁਣਨਾ, ਗੰਭੀਰਤਾ ਨਾਲ ਸੁਣਨਾ। ਇੱਕ ਛੋਟਾ ਜਿਹਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਵਾਂ ਕਿ ਮੁੱਦਾ ਬਹੁਤ ਗੰਭੀਰ ਵਾਲਾ ਹੈਗਾ, ਗੰਭੀਰਤਾ ਵਾਲਾ ਹੈਗਾ, ਸੰਜੀਦਗੀ ਵਾਲਾ ਹੈਗਾ, ਤੇ ਸੰਜੀਦਗੀ ਵਾਲੀ ਚਰਚਾ ਇਹਨਾਂ 'ਤੇ ਚਾਹੀਦੀ ਹੈਗੀ ਤੇ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੀਰ ਬਾਲ ਦਿਵਸ ਤੇ ਇਤਰਾਜ਼ ਕਿੰਨਾ ਜਾਇਜ਼ ਹੈਗਾ? ਹਰਸਿਮਰਤ ਸਿੰਘ ਸਰ, ਜਿਹੜਾ ਇਤਰਾਜ਼ ਜਤਾਇਆ ਗਿਆ ਤੇ ਇਤਰਾਜ਼ ਦੇ ਵਿਚਾਲੇ ਜਿਹੜਾ ਤਰਕ ਬੀਜੇਪੀ ਵੱਲੋਂ ਦਿੱਤਾ ਜਾ ਰਿਹਾ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਦੇਖੋ ਕੇਪੀ ਸਿੰਘ ਜੀ, ਜਿਹੜਾ ਮੁੱਦਾ ਬੜਾ ਗੰਭੀਰ ਹੈ, ਕਿਉਂਕਿ ਇਹ ਜਿਹੜੀ ਨਾ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹਾਦਤਾਂ, ਜਿਹੜੀ ਬੱਚਿਆਂ ਦੀ ਸ਼ਹਾਦਤਾਂ ਹੈ, ਸਗੋਂ ਜੋ ਸਿੱਖ ਸਿਧਾਂਤ, ਸਿੱਖ ਇਤਿਹਾਸ ਜਾਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਵਰਤਮਾਨ ਤੱਕ ਜੋ ਵੀ ਇਤਿਹਾਸ 'ਚ ਹੱਕ, ਸੱਚ ਤੇ ਇਨਸਾਫ ਲਈ ਸ਼ਹਾਦਤਾਂ ਹੋਈਆਂ ਨੇ, ਉਹਦੇ ਵਿੱਚ ਜਿਹੜੀਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਹੈ ਬੜੀ ਲਾਸਾਨੀ ਹੈ, ਬੜੀ ਬਾਕਮਾਲ ਹੈ, ਜਿਸ ਬਾਰੇ ਕਿ ਸਾਰੀ ਦੁਨੀਆ ਨਮਨ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਨੇ ਇਹ ਜੋ ਨਾਂ ਦਿੱਤਾ ਹੈ, ਇਹਦੇ 'ਚੋਂ ਦੇਖੋ ਜਿਹੜੀ ਗੱਲ ਹੁੰਦੀ ਹੈ ਨਾ, ਉਹ ਜਿਹੜਾ ਕੋਈ ਵੀ ਦਿਨ ਦਿੱਤਾ ਜਾਂਦਾ ਹੈ, ਭਾਵੇਂ ਉਹ ਕਿਸੇ ਦਿਨ ਨਾਲ ਜੁੜਿਆ ਜਾਵੇ ਜਾਂ ਕਿਸੇ ਈਵੈਂਟ ਨਾਲ ਜੁੜਿਆ ਜਾਵੇ, ਉਹਦਾ ਆਪਣੇ ਨਾਂ ਤੋਂ ਹੀ ਮੈਸੇਜ ਚਲਾ ਜਾਂਦਾ ਹੈ ਕਿ ਨਾਂ ਤੋਂ ਮੈਸੇਜ ਕੀ ਜਾ ਰਿਹਾ ਹੈ, ਕਿ ਕਿਸ ਮੈਸੇਜ ਦੇ ਨਾਲ ਉਸ ਦਿਨ ਨੂੰ ਮਨਾਇਆ ਜਾ ਰਿਹਾ, ਜਾਂ ਉਹਦੇ ਪਿੱਛੇ ਜੋ ਸਿਧਾਂਤਕ ਬੈਕਗਰਾਉਂਡ ਕੀ ਹੈ। ਮੈਂ ਸਮਝਦਾ ਕਿ ਇਹ ਜਿਹੜਾ ਇੰਨਾ ਪਵਿੱਤਰ ਜਿਹੜਾ ਸ਼ਹਾਦਤ ਹੈ, ਉਸ ਨੂੰ ਉਸ ਦੀ ਪਵਿੱਤਰਤਾ ਅਨੁਸਾਰ ਹੀ ਸਤਿਕਾਰ ਦੇਣਾ ਚਾਹੀਦਾ ਹੈ, ਤੇ ਇਸ ਨੂੰ ਕਿਸੇ ਤਰ੍ਹਾਂ ਦੀ ਕੰਟਰੋਵਰਸੀ 'ਚ ਨਹੀਂ ਪਾਉਣ ਦੇਣਾ ਚਾਹੀਦਾ। ਚੰਗਾ ਹੁੰਦਾ ਜੇਕਰ ਸਰਕਾਰ ਇਹਦਾ ਨਾਂ ਰੱਖਣ ਵੇਲੇ, ਕਿਉਂਕਿ ਜਾਗੋ ਜੀ ਦੀ ਜਿਹੜੀ ਮਨਜੀਤ ਸਿੰਘ ਜੀਕੇ ਨੇ ਜੋ ਗੱਲ ਕੀਤੀ ਹੈ, ਉਹਦੇ 'ਚ ਕੋਈ ਵਜ਼ਨ ਹੈਗਾ ਕਿ ਉਹ ਜੋ ਨਹਿਰੂ ਦੀ ਵਿਰਾਸਤ ਹੈ ਉਸ ਨੂੰ ਕੱਟ ਕੇ ਉਸਦੇ ਪੈਰਲਲ ਇੱਕ ਵਿਰਾਸਤ ਖੜੀ ਕਰਨ ਦਾ ਯਤਨ ਕੀਤਾ ਜਾ ਰਿਹਾ ਸਿੱਖਾਂ ਨਾਲ ਜੋੜ ਕੇ। ਲੇਕਿਨ ਇਹ 'ਚ ਸਿੱਖਾਂ ਪ੍ਰਤੀ ਸਤਿਕਾਰ ਵੀ ਹੈਗਾ, ਸਿੱਖ ਸ਼ਹਾਦਤਾਂ ਦਾ ਸਤਿਕਾਰ ਵੀ ਹੈਗਾ। ਸਰਕਾਰ ਕਰ ਰਹੀ ਹੈ ਇਹਦੇ ਵਾਸਤੇ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਇਹਦੇ 'ਚ ਕੋਈ ਦੋਰਾਵਾ ਨਹੀਂ। ਲੇਕਿਨ ਮੂਲ ਮੁੱਦਾ ਇਹ ਹੈ ਕਿ ਜੇਕਰ ਇਸ ਦਾ ਸਾਰਿਆਂ ਨਾਲ ਰਾਏ ਕਰਕੇ ਇੱਕ ਜਿਹੜੀ ਖੂਬਸੂਰਤੀ ਬਣ ਜਾਂਦੀ, ਤੇ ਆ ਜਿਹੜੀ ਹੁਣ ਕੰਟਰੋਵਰਸੀ ਹੈ, ਇਹ ਕੰਟਰੋਵਰਸੀ ਨਾ ਉੱਠਦੀ। ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਮੈਂ ਕਹਿਣਾ ਚਾਹੁੰਦਾ ਕਿ ਜੋ ਇਸ ਦੇ ਪਿੱਛੇ ਮੈਸੇਜ ਖੜਾ ਹੈ, ਜਿਸ ਮੈਸੇਜ ਜਾਂ ਜਿਸ ਵਿਚਾਰ ਕਰਕੇ, ਸਿਧਾਂਤਾਂ ਕਰਕੇ, ਜਾਂ ਜਿਨ੍ਹਾਂ ਜਬਰ ਜ਼ੁਲਮ ਦਾ ਸਾਹਮਣਾ ਕਰਦੇ ਹੋਏ ਸਿੱਖ ਪੰਥ ਆਪਣੇ ਸਮੇਂ ਤੋਂ ਲੈ ਕੇ ਵਰਤਮਾਨ ਤੱਕ ਸ਼ਹਾਦਤਾਂ ਦਿੰਦਾ ਰਿਹਾ ਹੈ, ਔਰ ਛੋਟੇ ਸਾਹਿਬਜ਼ਾਦਿਆਂ ਨੇ ਜਿਹਨੂੰ ਨੀਹਾਂ ਚਿਣਿਆ ਗਿਆ, ਉਹ ਜਿਹੜਾ ਮੈਸੇਜ ਹੈ ਨਾ ਜੀ, ਉਹ ਮੈਸੇਜ ਨਹੀਂ ਇਹਦੇ ਪਿੱਛੇ ਓਵਰਸ਼ੈਡੋ ਹੋਣਾ ਚਾਹੀਦਾ। ਇਹ ਕੰਟਰੋਵਰਸੀ ਤਾਂ ਉਸ ਮੈਸੇਜ ਨੂੰ ਗਵਾ ਰਹੀ ਹੈ, ਜਿਸ ਮੈਸੇਜ ਦਾ ਹਰਸਿਮਰਤ ਜੀ ਇੱਕ ਜਿਹੜਾ ਬੀਜੇਪੀ ਦਾ ਸਵਾਲ ਹੈਗਾ, ਉਹ ਇਹ ਕਹਿੰਦੇ ਆ ਕਿ ਅਸੀਂ ਵੀ ਸਿੱਖ ਹਾਂ, ਅਸੀਂ ਬੀਜੇਪੀ 'ਚ ਸਿੱਖ ਨਹੀਂ ਹੈਗੇ। ਉਹ ਦੂਜਾ ਸਵਾਲ ਨਾਲੇ ਖੜਾ ਕਰਦੇ, ਜੇ ਅਕਾਲੀ ਦਲ ਨਾਲ ਹੁੰਦਾ ਫਿਰ ਕਿਤੋਂ ਵੀ ਆਵਾਜ਼ ਨਹੀਂ ਆਉਣੀ ਸੀ, ਫਿਰ ਸਾਰਾ ਕਬੂਲ ਹੋ ਜਾਣਾ ਸੀਗਾ, ਫਿਰ ਅਰਦਾਸਾਂ ਕਰਨੀਆਂ ਸੀ। ਬੀਜੇਪੀ ਇਹ ਤਰਕ ਦਿੰਦੀ ਹੈ ਹਰਸਿਮਰਤ ਸਿੰਘ। ਠੀਕ ਹੈ, ਉਹ ਪੋਲੀਟੀਕਲ ਕੁਐਸਚਨ ਹੈ ਭਾਈ ਸਾਹਿਬ, ਪੋਲੀਟੀਕਲ ਬੰਦਿਆਂ ਨੇ ਆਪਾਂ ਨੂੰ ਤਰਕ ਦੇਣਾ ਹੁੰਦਾ ਹੈ, ਲੇਕਿਨ ਮੈਂ ਸਮਝਦਾ ਕਿ ਇਸ ਨੂੰ ਪੋਲੀਟੀਕਲ ਦਾ ਇਹਦੀ ਕੁਰਬਾਨੀ ਨਹੀਂ ਦੇਣੀ ਚਾਹੀਦੀ, ਇਸ ਸਿਧਾਂਤ ਦੀ। ਪੋਲੀਟੀਕਲ ਇਹਦੇ 'ਚ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੀਦਾ, ਮੇਰਾ ਮਤਲਬ। ਦੇਖੋ ਹੁਣ ਗੋਸ਼ਾ ਜੀ ਆਪਣੇ ਨੰਬਰ ਬਣਾ ਰਹੇ ਨੇ, ਸਿਆਲਕਾ ਸਾਹਿਬ ਆਪਣੀ ਗੱਲ ਕਰ ਰਹੇ ਨੇ, ਇਹ ਨਾਲ ਰਿਹਾ, ਕੋਈ ਨਾਲ ਰਿਹਾ ਨਹੀਂ ਰਿਹਾ, ਉਹ ਵੱਖਰੀ ਗੱਲ ਹੈ। ਮੈਂ ਸਮਝਦਾ ਕਿ ਇਹ ਸਾਨੂੰ ਇਸ ਵੇਲੇ ਇਹਨਾਂ ਕੰਟਰੋਵਰਸੀ 'ਚ ਨਾ ਪੈਂਦਿਆਂ ਹੋਇਆ, ਜੋ ਇਸ ਦੀ ਪਵਿੱਤਰਤਾ ਹੈ, ਜੋ ਇਸ ਦੀ ਹੋਲੀਨੈਸ ਹੈ, ਜੋ ਇਸ ਦੀ ਜਿਹੜਾ ਮਹਾਨ ਮੈਸੇਜ, ਦੇਖੋ ਦੁਨੀਆ 'ਚ ਜਿੱਥੇ ਜਿੱਥੇ ਸਿੱਖ ਪਿਆ, ਇਸ ਲਈ ਇੰਟਰਨੈਸ਼ਨਲ ਕਾਮਨਵੈਲਥ ਬਣ ਚੁੱਕਾ ਹੈ। ਦੁਨੀਆ ਦੀਆਂ ਹੋਰ ਸਰਕਾਰਾਂ ਨੇ ਵੀ ਸਿੱਖ ਸਿਧਾਂਤਾਂ ਨੂੰ ਜਾਂ ਸਿੱਖ ਸ਼ਹੀਦਾਂ ਨੂੰ ਜਾਂ ਸਿੱਖ ਇਵੈਂਟਸ ਨੂੰ ਸਤਿਕਾਰ ਦਿੱਤਾ ਹੈ, ਮਾਣ ਦਿੰਦੇ ਨੇ, ਔਰ ਚਾਹੇ ਉਹ ਉਲਟ ਜਾਂਦੀ ਸਰਕਾਰ ਦੇ ਖਿਲਾਫ ਜਾਂਦੀ, ਝਾਕਾਈ ਜਾਂਦੀ ਹੈ, ਲੇਕਿਨ ਸਰਕਾਰ ਸਤਿਕਾਰ ਤਾਂ ਦੇ ਰਹੀ ਹੈ ਨਾ, ਰਿਕਗਨਾਈਜ਼ ਤਾਂ ਕਰ ਰਹੀ ਹੈ ਸਿੱਖ ਕੰਟਰੀਬਿਊਸ਼ਨ ਨੂੰ। ਤਾਂ ਮੈਂ ਸਮਝਦਾ ਕਿ ਇਹ ਜਿਹੜੀ ਕੰਟਰੀਬਿਊਸ਼ਨ ਹੈ, ਇਹ ਚਾਹੇ ਉਹ ਬੀਜੇਪੀ ਦਾ, ਸਰਕਾਰ ਦਾ ਕੋਈ ਵੀ ਮਕਸਦ ਹੋਵੇ, ਉਹਦਾ ਮਕਸਦ ਦੇਖੋ ਹੁੰਦਾ ਹੀ, ਪੋਲੀਟੀਕਲ ਬੰਦੇ ਨੇ ਜਦੋਂ ਕੀਤਾ ਤੇ ਉਹਦਾ ਮਕਸਦ ਕੋਈ ਨਾ ਕੋਈ ਹੋਏਗਾ। ਲੇਕਿਨ ਮੈਂ ਸਮਝਦਾ ਕਿ ਅੱਜ ਪਹਿਲੀ ਵਾਰੀ ਜਦੋਂ ਇਹ ਦਿਨ ਮਨਾਇਆ ਜਾ ਰਿਹਾ ਹੈ, ਪਿਛਲੇ ਸਾਲ ਦੀ ਅਨਾਉਂਸਮੈਂਟ ਤੋਂ ਬਾਅਦ, ਸਾਨੂੰ ਵੇਟ ਕਰਨੀ ਚਾਹੀਦੀ ਹੈ ਕਿ ਸਰਕਾਰ ਕੀ ਮੈਸੇਜ ਦਿੰਦੀ ਹੈ, ਨਰਿੰਦਰ ਮੋਦੀ ਕੀ ਮੈਸੇਜ ਦਿੰਦੇ ਨੇ। ਹਰਸਿਮਰਤ ਸਿੰਘ, ਜਿਹੜਾ ਮਿਸਟਰ ਗੋਸ਼ਾ ਜਿਹੜਾ ਤਰਕ ਦਿੰਦੇ ਪਏ ਗੁਰਦੁਆਰਾ ਬਾਲ ਲੀਲਾ ਦਾ ਤੇ ਹੋਰ ਸਾਰੇ ਤਰਕ ਹੈ, ਉਹ ਤਰਕ ਨੂੰ ਤੁਸੀਂ ਖਾਰਿਜ ਕਰਦੇ ਹੋ? ਨਹੀਂ, ਮੈਂ ਖਾਰਿਜ ਨਹੀਂ ਕਰਦਾ ਜੀ। ਉਹ ਬਾਲ ਸ਼ਬਦ ਆਪਣੇ ਆਪ ਇੰਪੋਰਟੈਂਟ, ਲੇਕਿਨ ਬਾਬਾ ਵੀ ਹੈਗਾ, ਬਾਬਾ ਵੀ ਆਪਣੇ ਤੌਰ ਤੇ ਇੱਕ ਸਾਨੂੰ ਦੇਖੋ, ਜਿਹੜੇ ਸਾਡੇ ਸਾਹਿਬਜ਼ਾਦੇ ਨੇ, ਉਹ ਉਸ ਤਰ੍ਹਾਂ ਦੇ ਬਾਲਕ ਨਹੀਂ ਜਿਸ ਬਾਲਕ ਦਾ ਆਮ ਤੌਰ ਤੇ ਅਸੀਂ ਸਮਾਜ 'ਚ ਜ਼ਿਕਰ ਕਰਦੇ ਹਾਂ। ਲੇਕਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਾਂ ਗੁਰੂ ਬਣੇ ਨੇ, ਇਹ ਤਾਂ ਸ਼ਹਾਦਤ ਉਹਨਾਂ ਛੋਟੇ ਬੱਚਿਆਂ ਨੂੰ ਦਿੱਤੀ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼ਹਾਦਤ ਗੁਰੂ ਨੇ। ਇਹਦੇ 'ਚ ਜਿਹੜੀ ਸਾਡੀ ਉਮਰ ਦਾ ਕੋਈ ਤਲਕ ਨਹੀਂ, ਆਦਾ ਉਮਰ ਦਾ ਕੋਈ ਤਲਕ ਨਹੀਂ। ਜਿਵੇਂ ਬਾਬਾ ਬੁੱਢਾ ਜੀ ਜਦੋਂ ਗੁਰੂ ਨਾਨਕ ਸਾਹਿਬ ਮਿਲਦੇ ਨੇ, ਉਹ ਛੋਟੇ ਸੀਗੇ, ਉਹ ਵੀ ਛੋਟੇ ਸੀ, ਲੇਕਿਨ ਬਾਬਾ ਕਹੇ ਗਏ। ਬਾਬਾ ਆਪਣੇ ਵਿੱਚ ਸਿਆਣਪ ਦਾ ਔਰ ਮੈਚੁਰਿਟੀ ਦਾ ਪ੍ਰਤੀਕ ਹੈ ਨਾ, ਤੇ ਜੇਕਰ ਬਾਲ ਲੀਲਾ ਹੈ ਤਾਂ ਸਮਝਦਾ। ਲੇਕਿਨ ਜਿਹੜਾ ਮੂਲ ਮੁੱਦਾ ਕੇਪੀ ਸਿੰਘ ਜੀ ਮੈਸੇਜ ਦਾ ਹੈ ਕਿ ਇਸ ਪਿੱਛੇ ਜੋ ਸਰਕਾਰ ਮੈਸੇਜ ਦੇਣੀ ਚਾਹੁੰਦੀ ਦੁਨੀਆ ਨੂੰ,
ਜੇ ਗੁਰੂ ਹੱਕ ਸੱਚ ਇਨਸਾਫ ਲਈ ਜੋ ਸਿੱਖ ਪੰਥ ਲੜਦਾ ਆ ਰਿਹਾ ਹੈ ਔਰ ਜੋ ਵੀ ਇਸ ਲਈ ਸ਼ਹਾਦਤਾਂ ਹੋਈਆਂ ਨੇ ਉਹਦੇ ਬਾਰੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ, ਠੀਕ ਪਰਸਪੈਕਟਿਵ ਲੱਗਣਾ ਚਾਹੀਦਾ, ਠੀਕ ਹਾਂ ਪੋਲੀਟੀਕਲ ਕਰਨਾ ਚਾਹੀਦਾ। ਹਾਂ ਗੋਸ਼ਾ ਜੀ ਬੋਲੋ। ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ, ਗੁਰੂ ਨਾਨਕ ਸਾਹਿਬ ਦਾ ਬਾਲ ਲੀਲਾ ਗੁਰਦੁਆਰਾ ਨਨਕਾਣਾ ਸਾਹਿਬ ਹੈ, ਦਸਮ ਪਾਤਸ਼ਾਹ ਦਾ ਪੌਂਟਾ ਸਾਹਿਬ ਹੈ, ਅਸੀਂ ਇਸ ਚੀਜ਼ ਨੂੰ ਇਨਕਾਰ ਹੀ ਨਹੀਂ ਕਰ ਸਕਦੇ। ਆਪਾਂ ਨੂੰ ਅੱਜ ਨਾਮਾਂ ਤੋਂ ਕੰਟਰੋਵਰਸੀ ਨਹੀਂ ਪਾਣੀ ਚਾਹੀਦੀ। ਮੈਂ ਤਾਂ ਇੱਕੋ ਬੇਨਤੀ ਕਰਦਾ ਕਿ ਬੜਾ ਵੱਡਾ ਅਚੀਵਮੈਂਟ ਹੈ, ਇਸ ਅਚੀਵਮੈਂਟ ਦੇ ਉੱਤੇ ਦੇਖਣਾ ਚਾਹੀਦਾ ਵੀ ਆਪਾਂ ਨੂੰ ਇਹਦਾ ਫਾਇਦਾ ਕੀ ਮਿਲਦਾ, ਆਊਟਪੁੱਟ ਕੀ ਨਿਕਲਦੀ। ਜਦੋਂ ਪਿੱਛੇ 4 ਸਾਹਿਬਜ਼ਾਦੇ ਪਿਕਚਰ ਆਈ ਸੀਗੀ, ਉਹਦੇ ਨਾਲ ਸ਼੍ਰੋਮਣੀ ਕਮੇਟੀ ਨੇ ਬਾਬਾ ਸ਼ਬਦ ਲਵਾਇਆ ਸੀਗਾ ਨਾਲ, ਜਦੋਂ ਇਹਨਾਂ ਨੇ ਪਾਸ ਕੀਤੀ ਸੀਗੀ। ਇਸ ਗੱਲ ਨੂੰ ਨਾ ਆਪਾਂ ਜਾਣ ਬੁੱਝ ਕੇ ਕੰਟਰੋਵਰਸੀ 'ਚ ਨਾ ਪਾਈਏ, ਬੜੀ ਵੱਡੀ ਗੱਲ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਸਟੱਡੀ ਦੇ ਵਿੱਚ ਆਊਗਾ, ਆਪਾਂ ਇਹਨੂੰ ਦੇਖੀਏ। ਬਿਲਕੁਲ ਇਹਨਾਂ ਦੇ ਜਿਹੜੇ ਸਾਡੇ ਬੈਠੇ ਆ ਬੁੱਧੀਜੀਵੀ ਵਰਗ ਬੈਠੇ ਆ, ਸਾਡੇ ਹਰਸਿਮਰਨ ਜੀ, ਉਹਨਾਂ ਨੇ ਗੱਲ ਕੀਤੀ, ਦੇਖੀਏ ਅਸੀਂ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਹੁਣ ਇਸ ਵਾਰ ਮਨਾਇਆ ਜਾਣਾ, ਤੇ ਇਸ ਨੂੰ ਆਪਾਂ ਦੇਖੀਏ ਵੀ ਇਹਦੇ 'ਚ ਆਪਣੀ ਸਿੱਖ ਕੌਮ ਨੂੰ, ਦੇਸ਼ ਨੂੰ ਕੀ ਫਾਇਦਾ ਮਿਲਦਾ, ਤੇ ਉਹਦਾ ਫਾਇਦਾ ਲਈਏ ਨਾ ਆਪਾਂ ਇਸ ਚੀਜ਼ ਦੇ ਉੱਤੇ। ਗੋਸ਼ਾ ਜੀ ਤੁਸੀਂ ਵੀਰ ਸ਼ਬਦ ਕਿਉਂ ਨਹੀਂ ਛੱਡਣਾ ਚਾਹ ਰਹੇ? ਤੇ ਜੇ ਲਿਖਿਆ ਗਿਆ ਵੀਰ ਸ਼ਬਦ, ਇੱਕ ਵੀਰ ਸ਼ਹਾਦਤ ਵਾਲਿਆਂ ਦਾ ਹੀ ਹੁੰਦਾ, ਵੀਰ ਤਾਂ ਹੀ ਕਹਿੰਦੇ ਵੀਰ ਗਤੀ ਪ੍ਰਾਪਤ ਹੋ ਗਿਆ। ਆਪਾਂ ਕਿਉਂ ਕਹਿੰਦੇ, ਆਪਾਂ ਕਹਿੰਦੇ ਨਹੀਂ ਵੀਰ ਗਤੀ ਪ੍ਰਾਪਤ ਹੋ ਗਿਆ, ਵੀਰ ਹੀ ਕਹਿੰਦੇ ਨਾ ਉਹਨੂੰ। ਤੇ ਵੀਰ ਮਾੜਾ ਸ਼ਬਦ ਹੈ ਕੋਈ? ਤੁਸੀਂ ਪਹਿਲਾਂ ਇਹ ਦੱਸੋ, ਕੋਈ ਇਹੋ ਜਿਹਾ ਸ਼ਬਦ ਹੈ ਜਿਹੜਾ ਨਹੀਂ ਹੋਣਾ ਚਾਹੀਦਾ? ਫਿਰ ਇਸ ਨੂੰ ਬਾਰ-ਬਾਰ ਗੋਸ਼ਾ ਜੀ ਦੋ ਸਵਾਲ, ਗੋਸ਼ਾ ਜੀ ਦੋ ਸਵਾਲ ਆ ਜਿਹੜੇ ਤੁਹਾਡੇ ਤੇ ਚੁੱਕੇ ਜਾ ਰਹੇ ਆ। ਇੱਕ ਵੀਰ ਸਾਵਰਕਰ ਦਾ ਵੀਰ, ਤੇ ਇੱਕ ਜਿਹੜਾ ਨਹਿਰੂ ਵਾਲੀ ਲੈਗੇਸੀ ਹੈ। ਇਹ ਦੋਨੋਂ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਕੀ ਹੈਗੇ? ਇਹਨਾਂ ਦਾ ਜਵਾਬ ਇਹ ਹੈ ਵੀ ਜਿਨ੍ਹਾਂ ਨੂੰ ਕੰਟਰੋਵਰਸੀ ਪਾਉਣ ਦਾ, ਜਿਨ੍ਹਾਂ ਨੂੰ ਮੁੱਦੇ ਛੇੜਨ ਦਾ ਮੌਕਾ ਹੁੰਦਾ, ਮੁੱਦੇ ਛੇੜਦਾ, ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਕੰਮ ਕਰਦਾ ਸੀ, ਕੰਮ ਕਰ ਰਹੇ ਆ, ਤੇ ਕੰਮ ਪ੍ਰਧਾਨ ਮੰਤਰੀ ਸਾਹਿਬ ਨੇ ਕੰਮ ਕੀਤਾ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਇਸ ਦਾ ਧੰਨਵਾਦ ਕਰਦੇ। ਪਰ ਨਹੀਂ, ਇਹਨਾਂ ਨੂੰ ਹੁਣ ਧੰਨਵਾਦ ਕਰਨ ਦਾ ਮਤਲਬ ਨਹੀਂ, ਇਹਨਾਂ ਨੂੰ ਸਿਰਫ ਜਾਣ ਕੇ ਵੜ ਲਿਆਣਾ ਵੀ ਕਿਤੇ ਦਾ ਕ੍ਰੈਡਿਟ ਨਾ ਮਿਲ ਜਾਓ। ਕ੍ਰੈਡਿਟ ਛੱਡੋ ਯਾਰ, ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਕੋਈ ਵੋਟਾਂ ਦੇ ਵਿੱਚ ਥੋੜਾ ਅਨਾਉਂਸ ਕੀਤਾ ਸੀ, ਆਹ ਵੋਟਾਂ 'ਚ ਥੋੜਾ ਅਨਾਉਂਸ ਕੀਤਾ ਸੀਗਾ। ਉਦੋਂ ਆਪਾਂ ਪਾਣੀ ਪੀ ਕੇ ਬੜਾ ਕਹਿੰਦੇ ਸੀਗੇ ਬੜਾ ਚੰਗਾ ਕਰਤਾ, ਬੜਾ ਚੰਗਾ ਕਰਤਾ ਵਾ। ਪ੍ਰਧਾਨ ਮੰਤਰੀ ਨੂੰ ਅਕਾਲ ਤਖਤ ਸਾਹਿਬ ਜਾ ਕੇ ਸਨਮਾਨ ਵੀ ਕੀਤਾ, ਇਹਨਾਂ ਨੂੰ ਪਤਾ ਸੀ ਹਲਕਾ ਸਾਹਿਬ ਨੂੰ, ਉਦੋਂ ਸਾਰਾ ਕੁਝ ਠੀਕ ਸੀ। ਬਾਅਦ ਚੋਂ ਗਲਤ ਕਿਉਂ ਜਾਂਦਾ? ਇਦਾਂ ਦੀ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਆਪਾਂ ਇਸ ਗੱਲ ਨੂੰ ਆਊਟਪੁੱਟ ਲੈਣੀ ਚਾਹੀਦੀ, ਹਰ ਗੱਲ ਦੀ ਆਊਟਪੁੱਟ ਲੈਣੀ। ਠੀਕ ਹੈ, ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈਣਾ, ਵਕਫੇ ਤੋਂ ਫਿਰ ਵਾਪਸ ਆ ਰਹੇ ਹਾਂ। ਬਹੁਤ ਸਾਰੇ ਸਵਾਲ ਤੇ ਸਵਾਲਾਂ ਦੇ ਜਵਾਬ ਸੰਵਾਦ ਨਾਲ ਲੱਭੇ ਜਾਣ ਤਾਂ ਜ਼ਿਆਦਾ ਬਿਹਤਰ ਹੈਗਾ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਜਲਦ ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੀਰ ਬਾਲ ਦਿਵਸ ਤੇ ਇਤਰਾਜ਼ ਕਿਉਂ? ਭਗਵੰਤ ਸਿੰਘ ਸਿਆਲਕਾ ਜੀ ਸਰ, ਸਵਾਲ ਇਹ ਹੈਗਾ ਕਿ ਮੈਂ ਤੁਹਾਡੇ ਤੋਂ ਬਹੁਤ ਗੰਭੀਰਤਾ ਨਾਲ ਦਾ ਜਵਾਬ ਚਾਹੁੰਦਾ। ਵੀਰ ਬਾਲ ਦਿਵਸ ਜੇ ਐਲਾਨਤਾ ਪ੍ਰਧਾਨ ਮੰਤਰੀ ਨੇ, ਫੈਸਲਾ ਹੋ ਗਿਆ, ਉਹਦੇ ਪਿੱਛੇ ਕੌਣ ਸੀ? ਕਿੰਨੇ ਪ੍ਰਪੋਜ਼ਲ ਰੱਖੀ ਸੀ ਪ੍ਰਧਾਨ ਮੰਤਰੀ ਤੱਕ? ਦੇਖੋ, ਇਸ ਗੱਲ ਦਾ ਤੇ ਧੰਨਵਾਦ ਵੀ ਕੀਤਾ ਤੇ ਸਵਾਗਤ ਵੀ ਕੀਤਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਕੇਂਦਰ ਦੀ ਸਰਕਾਰ ਕੋਈ ਅਜਿਹਾ ਫੈਸਲਾ ਲੈਂਦੀ ਆ, ਗੱਲ ਵੀਰ ਬਾਲ ਦਿਵਸ ਦੇ ਉੱਤੇ ਜਦੋਂ ਇਹ ਨਾ ਉਹਨਾਂ ਵੱਲੋਂ ਪ੍ਰਪੋਜ਼ ਕੀਤਾ ਗਿਆ ਜਾਂ ਉਹਦੇ ਤੇ ਇਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤਾ। ਮੈਂ ਆਪਦਾ ਸਵਾਲ ਫਿਰ ਦੁਹਰਾ ਰਿਹਾ ਸਿਆਲਕਾ ਸਾਹਿਬ, ਮੈਂ ਆਪਦਾ ਸਵਾਲ ਫਿਰ ਦੁਹਰਾ ਰਿਹਾ ਸਰ। ਮੈਂ ਆਪਦਾ ਸਵਾਲ ਇਸ ਕਰਕੇ ਦੁਹਰਾ ਰਿਹਾ ਕਿਉਂਕਿ ਮੈਨੂੰ ਸਮਝ ਆਉਣਾ ਚਾਹੀਦਾ, ਮੇਰੇ ਦਰਸ਼ਕ ਨੂੰ ਸਮਝ ਆਉਣਾ ਚਾਹੀਦਾ, ਸਾਡੇ ਮੰਚ ਨੂੰ ਜਿਹੜਾ ਦੇਖਦਾ ਪਿਆ ਉਹਨੂੰ ਸਮਝ ਆਉਣਾ ਚਾਹੀਦਾ। ਇਹ ਪ੍ਰਪੋਜ਼ਲ ਪ੍ਰਧਾਨ ਮੰਤਰੀ ਤੱਕ ਕੌਣ ਲੈ ਗਿਆ ਸੀ? ਜਾਂ ਪ੍ਰਧਾਨ ਮੰਤਰੀ ਦਾ ਆਪਦਾ ਇਰਾਦਾ ਸੀਗਾ ਵੀ ਹਾਂ ਇਹ ਅਨਾਉਂਸਮੈਂਟ ਮੈਂ ਕਰਨੀ ਹੈ, ਫੈਸਲਾ ਮੈਂ ਕਰਨਾ? ਸਿਆਲਕਾ ਸਾਹਿਬ, ਕੋਈ ਤਾਂ ਹੋਊਗਾ ਨਾ, ਸਿੱਖ ਤੁਹਾਡੇ 'ਚ ਕੋਈ ਹੋਊਗਾ, ਕੋਈ ਐਸਜੀਪੀਸੀ ਨੇ ਪ੍ਰਪੋਜ਼ਲ ਰੱਖੀ ਸੀ, ਦਿੱਲੀ ਕਮੇਟੀ ਨੇ ਰੱਖੀ ਸੀ, ਜਾਂ ਜਿਹੜੇ ਤੁਹਾਡੇ ਨੁਮਾਇੰਦੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਰੱਖੀ ਸੀ। ਸਰ ਕੋਈ ਤਾਂ ਹੋਊਗਾ ਨਾ ਇਹਦਾ ਸੂਤਰਧਾਰ। ਦੇਖੋ, ਇਹ ਜਿਹੜਾ ਨਾ ਜੀ, ਇਹ ਸਿਓ ਮੋਟੋ ਜਿਹੜਾ ਉਹਨਾਂ ਨੇ ਨੋਟਿਸ ਇਹਦੇ ਤੇ ਲਿਆ ਸੀ ਕਿ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਜਿਹੜਾ ਇਹ ਕੌਮੀ ਪੱਧਰ ਤੇ ਮਨਾਉਣਾ ਚਾਹੁੰਦੇ, ਤੇ ਇਹਦਾ ਸਵਾਗਤ ਵੀ ਹੈ। ਬਟ ਜਿਹੜੀ ਆ ਜਦੋਂ ਨਾਂ ਦੇ ਉੱਤੇ ਆਈ ਤੇ ਗੱਲ, ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਦੇ ਉੱਤੇ ਵਿਚਾਰ ਕਰਨ ਵਾਸਤੇ ਸਾਡੇ ਜਿਹੜੇ ਆ ਵਿਦਵਾਨ, ਉਹਨਾਂ ਦੀ ਇੱਕ ਸਬ ਕਮੇਟੀ ਬਣਾਈ ਗਈ, ਜਿਹਦੇ ਵਿੱਚ ਸਾਡੇ ਮੈਂਬਰ ਬੀਬੀ ਕਿਰਨਜੋਤ ਕੌਰ ਜੀ, ਸਾਡੇ ਸਿੱਖ ਸਕਾਲਰ ਨੇ, ਇਤਿਹਾਸਕਾਰ ਨੇ ਇੰਦਰਜੀਤ ਸਿੰਘ ਗੁਗਵਾਣੀ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਜਿਹੜੀ ਉਹਨਾਂ ਦੇ ਡਾਇਰੈਕਟਰ, ਤੇ ਸਾਡੇ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਸੁਖਵਿੰਦਰ ਸਿੰਘ। ਇਹਦੀਆਂ ਮੀਟਿੰਗਾਂ ਹੋਣ ਤੋਂ ਬਾਅਦ ਇੱਕ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਭੇਜੀ ਗਈ ਕਿ ਪ੍ਰਧਾਨ ਮੰਤਰੀ ਨਾਲ ਕੇਂਦਰ ਸਰਕਾਰ ਨਾਲ ਇਸ ਗੱਲ ਦੀ ਵਿਚਾਰ ਕੀਤਾ ਜਾਵੇ, ਚਰਚਾ ਕੀਤੀ ਜਾਵੇ ਕਿ ਜਿਹੜਾ ਨਾ ਉਹ ਗੁਰਮਤਿ ਦੀ ਮਰਜ਼ਾਦਾ ਅਨੁਸਾਰ, ਗੁਰਮਤਿ ਦੇ ਸਿੱਖ ਆਪਣਾ ਫਲਸਫੇ ਅਨੁਸਾਰ ਜਿਹੜਾ ਉਹ ਵੀਰ ਬਾਲ ਦਿਵਸ ਦੀ ਬਜਾਏ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ। ਕੋਈ ਵੱਡੀ ਕੰਟਰੋਵਰਸੀ ਵਾਲਾ ਮੁੱਦਾ ਨਹੀਂ ਹੈਗਾ, ਨਾ ਕੋਈ ਇਹ ਜਿਹੜਾ ਉਹਦੇ ਤੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਦਾ ਕੋਈ
ਜਿਹੜਾ ਵਿਰੋਧ ਨਹੀਂ ਇਸ ਮਾਮਲੇ ਤੇ ਵੀ ਸਿਆਲਕਾ ਉਸ ਤਰ੍ਹਾਂ ਹੀ ਸਾਹਿਬ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਸਿਆਲਕਾ ਸਾਹਿਬ ਆਖਰੀ ਵਾਰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਕਿਹੜੇ ਮੁੱਦੇ ਤੇ ਚਿੱਠੀ ਪੱਤਰੀ ਤੁਹਾਡੀ ਹੋਈ ਜਿਹਦਾ ਜਵਾਬ ਤੁਹਾਨੂੰ ਆਇਆ ਹੋਵੇ, ਜਾਂ ਐਸਜੀਪੀਸੀ ਦਾ ਕੋਈ ਵਫਦ ਪ੍ਰਧਾਨ ਮੰਤਰੀ ਨੂੰ ਮਿਲਿਆ ਹੋਵੇ? ਸਰ ਕੋਈ ਆਖਰੀ ਵਾਰ ਮੈਨੂੰ ਤਰੀਕ ਦੱਸ ਸਕਦੇ ਹੋ ਸਰ, ਜੋ ਤੁਸੀਂ ਅਪੀਲ ਕੀਤੀ ਹੋਵੇ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਹੋਵੇ ਆ ਜਾਓ ਤੁਸੀਂ ਮਿਲ ਲਓ, ਜਾਂ ਤੁਹਾਡੀ ਚਿੱਠੀ ਦਾ ਜਵਾਬ ਦਿੱਤਾ ਹੋਵੇ? ਸਮੁੱਚੇ ਰੂਪ ਦੇ ਵਿੱਚ ਜਿਹੜਾ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹਾਂ, ਬਾਰ-ਬਾਰ ਇਹਦੇ ਤੇ ਕੋਈ ਸਪੈਸੀਫਿਕ ਡੇਟਸ ਦੇ ਉੱਤੇ ਨਹੀਂ, ਕਈ ਵਾਰ ਇਹਦੇ ਤੇ ਜਦੋਂ ਮਿਲਦੇ ਰਹੇ ਚਰਚਾ ਹੁੰਦੀ ਰਹੀ, ਤੇ ਇਹਦੇ ਸੰਬੰਧ ਵਿੱਚ ਜਦੋਂ ਵੇਖੋ ਨਾ ਤੇ ਜਿਹੜਾ ਜਿਸ ਚੀਜ਼ ਨਾਲ ਸੰਬੰਧਿਤ ਆ ਉਹਨਾਂ ਨਾਲ ਘੱਟੋ ਘੱਟ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਨਾ ਰੱਖਣਾ ਚਾਹੀਦਾ ਨਾ ਜੀ। ਤੁਸੀਂ ਕਿਸੇ ਚੀਜ਼ ਦਾ ਫੈਸਲਾ ਲੈ ਰਹੇ ਜੀ, ਮੈਂ ਇਸ ਗੱਲ ਦਾ ਵੀ ਧੰਨਵਾਦ ਕੀਤਾ ਉਦੋਂ ਸਾਰੇ ਸਮੁੱਚੇ ਸਿੱਖ ਪੰਥ ਨੇ, ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ, ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਸਮੁੱਚੇ ਪੰਥ ਨੇ ਇਹਦਾ ਸਵਾਗਤ ਕੀਤਾ ਸੀ। ਤੇ ਹੁਣ ਵੀ ਜਿਹੜਾ ਨਾ ਇਹਦੇ ਉੱਤੇ ਸਿਰਫ ਛੋਟਾ ਜਿਹਾ ਮਸਲਾ ਵਾ, ਕਿਉਂਕਿ ਸਾਡੀ ਜਿਹੜੀ ਹੈ ਸ਼ਹੀਦੀ ਜੋੜ ਮੇਲੇ ਨੂੰ ਸਾਹਿਬਜ਼ਾਦਾ ਸ਼ਹੀਦ ਠੀਕ ਹੈ ਸਿਆਲਕਾ ਸਾਹਿਬ, ਦਮਦਮੀ ਟਕਸਾਲ ਨੇ ਦਾ ਸਵਾਗਤ ਕੀਤਾ ਸੀ, ਕਰਦੀ ਹੈ ਜਾਂ ਨਹੀਂ? ਦੇਖੋ ਨਾਂ ਦੇ ਮਾਮਲੇ ਤੇ ਸਾਰੇ ਜਿਹੜੇ ਜੀ ਉਹ ਇਹ ਵੀਰ ਬਾਲ ਦਿਵਸ ਦੇ ਉੱਤੇ, ਕਿਉਂਕਿ ਵੀਰ ਜਿਹੜਾ ਨਾ ਜੀ ਵੀਰ ਲਫ਼ਜ਼ ਵੀਰ ਹਕੀਕਤ ਰਾਏ ਜੀ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਜੀ, ਜਿਹੜੇ ਆਜ਼ਾਦੀ ਦੀ ਜੰਗ ਦੇ ਵਿੱਚ ਕਹੇ ਜਾਂਦੇ ਨੇ, ਉਹ ਜਿਵੇਂ ਤੁਸੀਂ ਆਪ ਹੀ ਜ਼ਿਕਰ ਕੀਤਾ ਵੀਰ ਸਾਵਰਕਰ ਜਾਂ ਦੂਸਰੇ, ਉਹਨਾਂ ਨਾਲੋਂ ਸਾਹਿਬਜ਼ਾਦਿਆਂ ਦੇ ਸਿਧਾਂਤ ਦਾ, ਉਹਨਾਂ ਦੇ ਸੰਕਲਪ ਦਾ, ਉਹਨਾਂ ਦੀ ਸੋਚ ਦਾ ਬਹੁਤ ਜ਼ਿਆਦਾ ਅੰਤਰ ਹੈ। ਚਲੋ ਠੀਕ ਹੈ ਸਿਆਲਕਾ ਸਾਹਿਬ। ਹਰਸਿਮਰਨ ਸਿੰਘ ਜੀ ਮੈਨੂੰ ਜਿੱਥੇ ਤੱਕ ਸਮਝ ਆ ਰਿਹਾ ਸਰ ਇਸ ਮੁੱਦੇ ਦਾ, ਮੈਨੂੰ ਇਹ ਸਮਝ ਆ ਰਿਹਾ ਕਿ ਸਿੱਖ ਪੰਥ ਦੇ ਵਿੱਚ ਜਾਂ ਸਿੱਖ ਬੁੱਧੀਜੀਵੀਆਂ ਵਿੱਚ ਜਾਂ ਸਿੱਖ ਹਲਕਿਆਂ ਦੇ ਵਿੱਚ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿਚਾਲੇ ਜਿਹੜੀਆਂ ਸਿੱਖ ਸੰਸਥਾਵਾਂ, ਉਹਨਾਂ ਵਿੱਚ ਆਪਸੀ ਤਾਲਮੇਲ ਨਹੀਂ ਹੈਗਾ। ਜੇ ਆਪਸੀ ਤਾਲਮੇਲ ਹੋਊਗਾ ਤਾਂ ਹੀ ਤੁਹਾਡੀ ਕੋਈ ਗੱਲ ਸੁਣੂਗਾ ਨਾ ਹਰਸਿਮਰਨ ਸਿੰਘ ਜੀ। ਜੋ ਤੁਹਾਡੇ ਵਿੱਚ ਆਪਸੀ ਤਾਲਮੇਲ ਨਹੀਂ ਹੈਗਾ, ਇੱਕ ਧਿਰ ਸਵਾਗਤ ਕਰਦੀ ਪਈ, ਇੱਕ ਧਿਰ ਕਹਿੰਦੀ ਅਸੀਂ ਕਰਾਤਾ, ਇੱਕ ਧਿਰ ਕਹਿੰਦੀ ਆ ਭਾਈ ਇਹਦਾ ਇਹ ਨਾਮ ਚੇਂਜ ਕਰੋ, ਪੰਥਕ ਏਕਤਾ ਨਹੀਂ ਹੈਗੀ ਹਰਸਿਮਰਨ ਸਿੰਘ ਜੀ, ਮੈਨੂੰ ਲੱਗਦਾ ਤਾਂ ਇਹ ਕੰਟਰੋਵਰਸੀ ਖੜੀ ਹੋ ਰਹੀ ਹੈ। ਇੱਕ ਮਿੰਟ ਜੀ ਹਰਸਿਮਰਨ ਜੀ, ਇੱਕ ਮਿੰਟ ਸਿਆਲਕਾ ਸਾਹਿਬ, ਹਰਸਿਮਰਨ ਸਿੰਘ ਜੀ ਬੋਲੋ ਪਲੀਜ਼। ਮੇਰੀ ਬੇਨਤੀ ਹੈ ਕਿ ਜਿਹੜੀ ਇਹ ਦਿਵਸ ਹੈ ਨਾ, ਜਿਹੜਾ ਦਿਵਸ ਦੀ ਇੰਪੋਰਟੈਂਸ ਇੰਨੀ ਹੈ ਕਿ ਇਸ ਨੂੰ ਮੈਂ ਮਹਿਸੂਸ ਕਰਦਾ ਕਿ ਇੱਕ ਤਾਂ ਜੋ ਸਾਡੀਆਂ ਆਰਗੇਨਾਈਜੇਸ਼ਨ ਜਥੇਬੰਦੀਆਂ ਜਾਂ ਸਾਡੀ ਸੰਸਥਾਵਾਂ ਐਜੀਪੀਸੀ ਜਿਹੜਾ ਹੈਡ ਕਰਦੀ ਹੈ, ਉਹਨਾਂ ਦੇ ਵਿੱਚ ਆਪਸੀ ਕੋਈ ਐਸਾ ਕ੍ਰੀਏਟਿਵ ਜਾਂ ਇਨੀਸ਼ੀਏਟਿਵ ਲੈਣ ਦਾ ਕਿਤੇ ਵੀ ਕਿਸੇ ਪੱਧਰ ਤੇ ਕੋਈ ਐਸਾ ਮੈਨੂੰ ਨਜ਼ਰ ਨਹੀਂ ਆਇਆ ਕਿ ਉਹਨਾਂ ਨੇ ਕਦੀ ਕੋਸ਼ਿਸ਼ ਕੀਤੀ ਹੋਵੇ ਮਿਲ ਜੁਲ ਕੇ ਜਾਂ ਆਪਣੇ ਤੌਰ ਤੇ। ਜਦੋਂ ਇਹ ਕੁਝ ਕਰਦੇ ਹੀ ਨਹੀਂ ਜੀ, ਉਹਨਾਂ ਨੇ ਕਦੀ ਕੋਈ ਕ੍ਰੀਏਟਿਵ ਕੰਮ ਜਾਂ ਕਦੀ ਕੋਈ ਐਸਲੇ ਕੌਮ ਨੂੰ ਦਿਸ਼ਾ ਦੇਣ ਵਾਸਤੇ ਕੁਝ ਨਹੀਂ ਕੀਤਾ, ਤੇ ਜਿਹੜੇ ਹੋਰ ਜਿਹੜੀ ਬਾਹਰ ਬੈਠੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ ਜਾਂ ਸਰਕਾਰਾਂ ਨੇ ਜਦੋਂ ਕਰਦੀਆਂ ਨੇ, ਤਾਂ ਮੈਂ ਸਮਝਦਾ ਕਿ ਉਹਦੇ 'ਚ ਜਿਹੜਾ ਕੰਟਰੋਵਰਸੀ 'ਚ ਨਹੀਂ ਛੇੜਨਾ ਚਾਹੀਦਾ। ਜੇ ਬੀਜੇਪੀ ਦਾ ਪੱਖ ਦੇਖੀਏ ਤਾਂ ਉਹ ਆਪਣੇ ਤੌਰ ਤੇ ਠੀਕ ਤਾਂ ਉਹਨੇ ਕੀਤਾ ਤਾਂ ਹੈਗਾ, ਲੇਕਿਨ ਇਹਦੇ ਵਿੱਚ ਕਿਤੇ ਨਾ ਕਿਤੇ ਪੋਲੀਟੀਕਲ ਕੈਪੀਟਲ ਲੈਣ ਦੀ ਵੀ ਇੱਛਾ ਹੈਗੀ ਨਾ ਬੀਜੇਪੀ ਦੀ, ਕਿ ਜਦੋਂ ਉਹ ਸਿੱਖ ਸਿੰਬਲਸ ਨੂੰ, ਸਿੱਖ ਹੀਰੋਜ਼ ਨੂੰ, ਸਿੱਖ ਆਈਕਨਸ ਨੂੰ ਔਰ ਸਿੱਖ ਐਕਟਿਵਿਸਟ ਨੂੰ ਲੀਡਰਸ਼ਿਪ ਨਾਲ ਲੈ ਕੇ ਆਪਣਾ ਇੱਕ ਜਿਹੜਾ ਪੰਜਾਬ ਦੇ ਵਿੱਚ ਸਥਾਨ ਬਣਾ ਰਹੀ ਹੈ, ਜਾਂ ਸਿੱਖਾਂ ਦੇ ਵਿੱਚ ਆਪਣੀ ਇੱਕ ਭਲ ਬਣਾਉਣ ਵਾਸਤੇ ਇੱਕ ਆਪਣੇ ਆਪ ਨੂੰ ਸਾਬਤ ਕਰ ਰਹੀ ਹੈ ਕਿ ਮੈਂ ਪ੍ਰੋ ਸਿੱਖ ਹਾਂ, ਮੈਂ ਬਹੁਤ ਸਿੱਖਾਂ ਨੂੰ ਮਤਲਬ ਮੈਂ ਚਾਹੁੰਦੀ ਹਾਂ ਬੀਜੇਪੀ, ਉਹ ਇੱਕੋ ਪੱਖ ਹੈ। ਇੱਕ ਪੱਖ ਬੀਜੇਪੀ ਅਕਾਲੀ ਦਲ ਦਾ ਕਿ ਉਹਨਾਂ ਨੇ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਠੀਕ ਹੈ, ਉਹ ਨਹੀਂ ਉਹਨਾਂ ਦੀ ਆਪਸੀ ਬਣਦੀ, ਉਹਨਾਂ 'ਚ ਮਤਭੇਦ ਆ ਗਏ ਹੋਏ ਨੇ। ਮੇਰਾ ਮਕਸਦ ਐਜ਼ ਇੰਟੈਲੈਕਚੁਅਲ ਐਜ਼ ਮਤਲਬ ਮੈਂ ਸਮਝਦਾ ਕਿ ਪੰਥਕ ਦਰਦ ਰੱਖਣ ਵਾਸਤੇ ਮੇਰਾ ਮੁੱਦਾ ਇਹ ਹੈ ਕਿ ਇਹਦਾ ਪੋਲੀਟੀਕਲ ਕੈਪੀਟਲ ਲੈਣ ਵਾਸਤੇ ਕਿਸੇ ਵੀ ਤਰ੍ਹਾਂ ਨੂੰ ਯਤਨ ਨਹੀਂ ਕਰਨਾ ਚਾਹੀਦਾ, ਨਾ ਗੱਲ ਕਰਨੀ ਚਾਹੀਦੀ ਹੈ। ਜਿਨ੍ਹਾਂ ਵੈਲਿਊਜ਼ ਕਰਕੇ ਸਿੱਖ ਪੰਥ ਜਾਂ ਸਿੱਖ ਸਿਧਾਂਤ ਖੜਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਖੜਾ ਹੈ, ਜਾਂ ਜਿਨ੍ਹਾਂ ਵੈਲਿਊਜ਼ ਕਰਕੇ ਸਾਡੇ ਸਾਹਿਬਜ਼ਾਦੇ ਨੇ ਸ਼ਹਾਦਤਾਂ ਦਿੱਤੀਆਂ, ਇੰਨੀ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਵੈਲਿਊਜ਼ ਨੂੰ ਅੱਗੇ ਲਿਜਾਣ ਵਾਸਤੇ ਅਕਾਲੀ ਦਲ ਵੀ, ਐਜੀਪੀਸੀ, ਅਕਾਲ ਤਖਤ ਸਾਹਿਬ ਨੂੰ ਤੇ ਬੀਜੇਪੀ, ਅਕਾਲੀ ਦਲ, ਸਾਰੀ ਸਰਕਾਰਾਂ ਨੂੰ ਮਦਦ ਆਪਸੀ ਸਾਂਝ ਕਰਕੇ ਇਹ ਕੰਟਰੋਵਰਸੀ ਪਾਸੇ ਰੱਖ ਕੇ ਪੋਲੀਟੀਕਲ ਕੈਪੀਟਲ ਨਹੀਂ ਲੈਣਾ ਚਾਹੀਦਾ। ਅਸੀਂ ਦੇਖੋ ਸਾਡੀ ਸੰਸਥਾਵਾਂ 'ਚ ਇਹ ਸਾਡੀ ਆਪਣੀ ਪ੍ਰੋਬਲਮ ਦੇ ਇੱਕ ਆਪਸੀ ਤਾਲਮੇਲ ਨਹੀਂ ਹੈਗਾ। ਦਮਦਮੀ ਟਕਸਾਲ ਦਾ ਜਾਂ ਹੋਰ ਸੰਸਥਾਵਾਂ ਦਾ ਆਪਣਾ ਇੱਕ ਤਰਕ ਹੁੰਦਾ ਹੈ, ਆਪਣਾ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ, ਲੇਕਿਨ ਇਹ ਸਾਡੇ ਸਾਹਮਣੇ ਜੋ ਸਾਡੇ ਅੰਦਰੂਨੀ ਤੌਰ ਤੇ ਫੁੱਟ ਪੈ ਚੁੱਕੀ ਹੈ, ਉਹਦੇ ਵਾਸਤੇ ਨਾ ਅਕਾਲ ਤਖਤ ਸਾਹਿਬ ਵੱਲੋਂ ਤੇ ਨਾ ਐਜੀਪੀਸੀ ਵੱਲੋਂ ਤੇ ਨਾ ਹੀ ਕਿਸੇ ਵੱਲੋਂ ਕੋਈ ਐਸਾ ਵੱਡਾ ਇਨੀਸ਼ੀਏਟਿਵ ਲਿਆ ਜਾ ਰਿਹਾ ਜਿਸ ਨਾਲ ਕਿ ਸਾਡੀ ਸਾਰੀ ਸਮੱਸਿਆਵਾਂ ਇੱਕ ਮੰਚ ਤੇ ਇਕੱਠੇ ਹੋ ਕੇ ਵਿਚਾਰੀਆਂ ਜਾ ਸਕਣ। ਹਰਸਿਮਰਨ ਸਿੰਘ ਜੀ ਸਰਕਾਰ ਠੀਕ ਹੈ, ਮਸਲੇ ਬਹੁਤ ਸਾਰੇ ਹੈਗੇ ਆ। ਮੇਰਾ ਇੱਕ ਸਵਾਲ ਹੈ ਸਰ, ਮੈਨੂੰ ਨਹੀਂ ਪਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੇ ਇਸ ਬਾਤ ਕੋਈ ਚਿੱਠੀ ਪੱਤਰੀ ਕੀਤੀ ਕਿ ਨਹੀਂ ਕੀਤੀ। ਜੇ ਉਹ ਖੁਦ ਚੋਣ ਪ੍ਰਧਾਨ ਮੰਤਰੀ ਨੂੰ ਮਿਲਣਾ
ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਨਾ ਕਰ ਸਕਦੇ ਆ? ਜੇ ਉਹ ਖੁਦ ਚਾਹੁਣ ਵੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਜਾਵੇ, ਉਹਦਾ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ ਚਾਹੀਦਾ? ਮੇਰਾ ਸਵਾਲ ਸਿੱਧਾ ਸਰ। ਦੇਖੋ, ਮੈਂ ਤਾਂ ਸਮਝਦਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਤਾਂ ਇਸ ਪਾਸੇ ਪੈਣਾ ਨਹੀਂ ਚਾਹੀਦਾ। ਉਹ ਆਪਣੇ ਤੌਰ ਤੇ ਕਰ ਰਹੇ ਪੋਲੀਟੀਕਲ ਜਿਹੜੇ ਇਸ਼ੂਜ਼ ਹੈਗੇ ਨੇ, ਇਹਦੇ ਵਾਸਤੇ ਡਿਸਕਸ ਕਰਨਾ ਚਾਹੀਦਾ। ਸਵਾਲ ਇਹ ਹੈ ਕੇਪੀ ਸਿੰਘ ਜੀ ਕਿ ਜਦੋਂ ਅੱਜ ਅਕਾਲੀ ਦਲ ਇਸ ਗੱਲ ਬਾਰੇ ਇਤਰਾਜ਼ ਕਰ ਰਿਹਾ ਕਿ ਸਾਨੂੰ ਨਹੀਂ ਪੁੱਛਿਆ ਜਾ ਰਿਹਾ, ਸਾਡੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ, ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ, ਤੇ ਇਹਨਾਂ ਨੂੰ ਆਪਣੀ ਪੋਜੀਸ਼ਨ ਦਾ ਪਤਾ ਲੱਗਣਾ ਚਾਹੀਦਾ ਕਿ ਨਹੀਂ ਸਰ, ਅਕਾਲੀ ਦਲ ਸਰ ਨਾਲ ਹਵਾਲਾ ਦੇ ਰਿਹਾ ਨਾ ਜਥੇਦਾਰ ਸਾਹਿਬ ਦਾ। ਮੇਰਾ ਸਵਾਲ ਤਾਂ ਹੈ ਸਰ, ਅਕਾਲੀ ਦਲ ਹਵਾਲਾ ਦੇ ਰਿਹਾ। ਜਥੇਦਾਰ ਸਾਹਿਬ ਆਪ ਜਾ ਕੇ ਸਰਕਾਰਾਂ ਨੂੰ ਮਿਲਣ, ਉਹ ਮੈਂ ਕਹਿੰਦਾ ਉਹਨਾਂ ਦੇ ਅਹੁਦੇ ਦੀ ਰੁਤਬੇ ਦੀ ਨਹੀਂ ਹੈਗੀ, ਉਹ ਅਲਾਉ ਨਹੀਂ ਕਰਦਾ ਕਿ ਜਾ ਕੇ ਮਿਲਣ। ਲੇਕਿਨ ਕਿਤੇ ਅਮਿਤ ਸ਼ਾਹ ਮਿਲਣ ਆਏ ਨੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਵਾਸਤੇ, ਮਿਲ ਕੇ ਆਏ ਨੇ। ਲੇਕਿਨ ਇਹ ਅਕਾਲ ਤਖਤ ਸਾਹਿਬ ਦੇ ਪੱਧਰ ਤੇ ਔਰ ਸਰਕਾਰਾਂ ਦੇ ਪੱਧਰ ਤੇ ਹਰ ਮਿਲ ਜੁਲ ਕੇ ਹੱਲ ਹੋਣਾ ਚਾਹੀਦਾ ਹੈ ਕਿ ਇਸ ਦਿਵਸ ਦਾ ਨਾਂ ਕੀ ਰੱਖਿਆ ਨਾ ਜਾ ਜੋ ਇਹਦੇ ਪਿੱਛੇ ਪੂਰੀ ਭਾਵਨਾ ਕੰਮ ਕਰਦੀ ਆ ਰਹੀ। ਮੈਂ ਭਾਵਨਾ ਨੂੰ ਜ਼ਿਆਦਾ ਪਾਵਾਂਗਾ। ਚਲੋ, ਪੋਲੀਟੀਕਲ ਕੈਪੀਟਲ ਬਣਾਉਣ ਕਿਸੇ ਧਿਰ ਨੂੰ ਯਤਨ ਨਹੀਂ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਅਤੇ ਸਰਕਾਰਾਂ ਦੇ ਖਿਲਾਫ ਆਪਸੀ ਪੱਧਰ ਦੇ ਵਿੱਚ ਤਾਲਮੇਲ ਨਾਲ ਅਗਰ ਮਸਲਾ ਹੱਲ ਹੋ ਜਾਏ ਤਾਂ ਮੈਂ ਸਮਝਦਾ ਸਾਰੀਆਂ ਧਿਰਾਂ ਨੂੰ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ। ਚਲੋ, ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈਣਾ, ਵਕਫੇ ਤੋਂ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਇਹਨਾਂ ਸਾਰੇ ਮਹਿਮਾਨਾਂ ਨੂੰ ਸੁਣਾ ਕੇ, ਸਮਝਾ ਕੇ, ਤੇ ਫਿਰ ਇਸ ਮੁੱਦੇ ਨੂੰ ਅਗਾਂਹ ਤੱਕ, ਅੱਗੇ ਤੱਕ ਕਿਹੜੀ ਪੋਲਿਟਿਕਸ ਹੈਂਡਲ ਕਰਦੀ ਪਈ ਹੈ, ਉਸ ਏਜੰਡੇ ਨੂੰ ਵੀ ਸਮਝਣ ਦਾ ਯਤਨ ਕਰ ਰਹੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਭਗਵੰਤ ਸਿੰਘ ਸਿਆਲਕਾ ਜੀ, ਸਰ ਜਥੇਦਾਰ ਸਾਹਿਬ ਨੇ ਆਪਣੇ ਪੱਧਰ ਤੇ ਇਸ ਬਾਰੇ ਕੋਈ ਚਾਰਾਜੋਈ ਕੀਤੀ ਹੈ ਹੁਣ ਤੱਕ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੀ, ਜਿਵੇਂ ਹਰਸਿਮਰਤ ਸਿੰਘ ਹੁਣਾਂ ਨੇ ਕਿਹਾ ਨਾ ਕਿ ਭਾਵਨਾ ਦੀ ਗੱਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਗੁਲਦਸਤਾ। ਨਹੀਂ ਸਰ, ਮੇਰਾ ਸਵਾਲ ਹੋਰ ਹੈ ਸਰ ਸਿਆਲਕਾ ਸਾਹਿਬ, ਤੁਸੀਂ ਨਾ ਜਵਾਬ ਦਿਓ, ਮੈਨੂੰ ਕੋਈ ਦਿੱਕਤ ਨਹੀਂ ਸਰ, ਪਰ ਆਪਾਂ ਸਵਾਲ ਨੂੰ ਸਮਝੀਏ ਸਰ। ਜਥੇਦਾਰ ਸਾਹਿਬ ਨੇ ਖੁਦ, ਮੈਂ ਸਵਾਲ ਸੁਣ ਲਓ ਨਾ ਸਿਆਲਕਾ ਸਾਹਿਬ, ਸਵਾਲ ਸੁਣ ਲਓ ਸਰ। ਜਥੇਦਾਰ ਸਾਹਿਬ ਨੇ ਖੁਦ ਚਾਰਾਜੋਈ ਕੀਤੀ ਹੈ ਜਾਂ ਅਕਾਲੀ ਦਲ ਜਥੇਦਾਰ ਸਾਹਿਬ ਦਾ ਨਾਮ ਵਰਤ ਰਿਹਾ? ਮੇਰਾ ਸਿੱਧਾ ਸਵਾਲ ਹੈ ਸਰ। ਵੇਖੋ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਬਹੁਤ ਵੱਡਾ ਜੀ। ਉਹ ਸਰਕਾਰਾਂ ਦੇ ਪ੍ਰੀਵਿਊ ਚ ਨਹੀਂ ਆਉਂਦਾ, ਕੋਰਟਸ ਦੇ ਪ੍ਰੀਵਿਊ ਚ ਨਹੀਂ ਆਉਂਦਾ। ਉਹਨਾਂ ਵੱਲੋਂ ਕੀਤਾ ਜਾਣ ਵਾਲਾ ਇਸ਼ਾਰਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੰਨਣਯੋਗ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬਾਕੀ ਸਾਰੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਕਰਦਿਆਂ, ਉਹਨਾਂ ਦੇ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆ ਸਬ ਕਮੇਟੀ ਬਣਾ ਕੇ ਇਸ ਮਾਮਲੇ ਨੂੰ, ਇਹ ਨਹੀਂਗਾ ਵੀ ਇੱਕ ਸਿਓ ਮੋਟੋ ਜਾਂ ਇੱਕ ਵੱਡੋਂ ਉਹਨਾਂ ਨੇ ਨਕਾਰ ਦਿੱਤਾ। ਇਹ ਤੇ ਸਬ ਕਮੇਟੀ ਬਣਾਈ ਗਈ ਇੰਟੈਲੈਕਚੁਅਲ ਦੀ ਕਿ ਇਹਦੇ ਚ ਆਪਾਂ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਵੀਰ ਬਾਲ ਦਿਵਸ ਜਿਹੜਾ ਇਹ ਸਿੱਖ ਸਿਧਾਂਤ ਦੇ ਮੁਤਾਬਕ ਪ੍ਰਵਾਨਿਤ ਨਹੀਂ, ਨਾਮ ਨਹੀਂ ਪ੍ਰਵਾਨਿਤ, ਇਹਦੇ ਪਿੱਛੇ ਭਾਵਨਾ ਜਿਹੜੀ ਆ ਉਹਦਾ ਸਵਾਗਤ ਹੈ। ਚਲੋ, ਇਸ ਕਰਕੇ ਸਜੈਸ਼ਨ ਹੈ ਤਾਂ ਕਿ ਕੋਈ, ਤੇ ਉਹ ਸਜੈਸ਼ਨ ਵੀ ਇਸ ਕਿਸਮ ਦੀ ਆ ਕਿ ਜਿਹੜਾ ਨਾ, ਜਿਹੜੀ ਸਾਡੀ ਕੌਮੀ ਤੌਰ ਤੇ ਸਾਡੇ ਜਜ਼ਬਾਤਾਂ ਦਾ, ਸਾਡੀ ਭਾਵਨਾ ਦਾ ਪ੍ਰਗਟਾਵਾ ਕਰਨ ਵਾਲੀ ਉਹ ਜਿਹੜਾ ਸਰਕਾਰ ਨੂੰ ਕੀਤੀ ਗਈ ਆ ਕਿ ਜਿਹੜਾ ਵਾ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਇਆ ਜਾਣਾ ਚਾਹੀਦਾ। ਉਹ ਜਿਹੜੀ ਆ ਠੀਕ ਹੈ। ਜਥੇਦਾਰ ਸਾਹਿਬ ਨੂੰ ਇਤਰਾਜ਼ ਹੈ? ਬਿਲਕੁਲ, ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਵੇਖੋ ਜੀ ਇਸ ਗੱਲ ਦੇ ਉੱਤੇ, ਤੇ ਉਹਨਾਂ ਦਾ ਵੀ ਇਤਰਾਜ਼ ਹੈ ਬਾਲਵੀਰ ਦਿਵਸ ਦੇ ਉੱਤੇ। ਚਲੋ ਠੀਕ ਹੈ। ਸਿਆਲਕਾ ਸਾਹਿਬ, ਤੁਸੀਂ ਵੀਰ ਸਾਵਰਕਰ ਹਰਾਂ ਨੂੰ ਕੀ ਮੰਨਦੇ ਹੋ? ਦੇਖੋ, ਮੈਂ ਇਹਦੇ ਬਾਰੇ ਬਹੁਤਾ ਨਹੀਂ ਕਹਿਣਾ ਚਾਹੁੰਦਾ, ਪਰ ਦੋ ਪੱਖ ਆਉਂਦੇ, ਕਿਤੇ ਤੇ ਉਹਨਾਂ ਦੇ ਖਿਲਾਫ ਆਉਂਦਾ ਪੱਖ ਵੀ ਉਹਨਾਂ ਨੇ ਜਿਹੜਾ ਵਾ ਉਹ ਮਾਫੀ ਮੰਗੀ, ਉਹਨਾਂ ਨੂੰ ਵੀਰ ਬਣਾਇਆ ਜਾ ਰਿਹਾ, ਕਿਤੇ ਉਹਨਾਂ ਦੀ ਕੁਰਬਾਨੀ ਦੀ ਗੱਲ ਕਰਦੇ ਜਿਹੜੇ ਉਹਨਾਂ ਦੇ ਫਾਲੋਅਰ। ਮੈਂ ਉਸ ਮਾਮਲੇ 'ਚ ਜਾਣਾ ਨਹੀਂ ਚਾਹੁੰਦਾ। ਤੁਸੀਂ ਸਟੈਂਡ ਸਪਸ਼ਟ ਕਿਉਂ ਨਹੀਂ ਕਰ ਪਾ ਰਹੇ ਸਿਆਲਕਾ ਸਾਹਿਬ? ਦੇਖੋ, ਸਾਵਰਕਰ ਦੇ ਮਾਮਲੇ ਦੇ ਉੱਤੇ ਮੈਂ ਤਾਂ ਬੜਾ ਸਾਫ਼ ਗੱਲ ਕਰਤੀ ਜੀ। ਜਿਹੜੇ ਕੁਝ ਬੰਦੇ ਜਿਹੜੇ ਆ ਇਤਿਹਾਸਕ ਹਵਾਲੇ ਨਾਲ ਕਹਿੰਦੇ ਨੇ ਕਿ ਉਹਨਾਂ ਨੇ ਮਾਫੀ ਮੰਗੀ, ਜੇਲ੍ਹ ਦੇ ਵਿੱਚ ਰਹਿੰਦੇ ਆ ਉੱਥੇ ਕਾਲੇ ਪਾਣੀ ਦੀ, ਉਹ ਨਹੀਂ ਬਰਦਾਸ਼ਤ ਕਰ ਸਕੇ ਉੱਥੋਂ ਦੀਆਂ ਸਖਤੀਆਂ ਨੂੰ, ਜਦੋਂ ਕਿ ਬਾਕੀ ਸਾਰੇ ਕਿਸੇ ਨੇ ਮਾਫੀ ਨਹੀਂ ਮੰਗੀ ਤੇ ਸ਼ਹਾਦਤਾਂ ਲਈਆਂ ਉੱਥੇ। ਬਟ ਜਿਹੜੇ ਉਹਨਾਂ ਦੇ ਫਾਲੋਅਰ ਉਹ ਕਹਿ ਰਹੇ ਕਿ ਉਹ ਬੜੇ ਵੱਡੇ ਬਲੀਦਾਨੀ ਹੋਏ ਨੇ, ਇਸ ਕਰਕੇ ਉਹ ਇਸ਼ੂ ਨਹੀਂ ਹੈਗਾ ਜੀ। ਇਸ਼ੂ ਸਿਰਫ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ। ਚਲੋ, ਮੈਂ ਸਵਾਲ ਸਿੱਧਾ ਕਰ ਦੇਣਾ। ਨਾ ਇਸ ਮੁੱਦੇ ਦੇ ਵਿੱਚ ਵੀਰ ਸਾਵਰਕਰ ਦਾ ਜ਼ਿਕਰ ਹੋਣਾ ਚਾਹੀਦਾ, ਨਾ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਹੋਣਾ ਚਾਹੀਦਾ। ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਇਹ ਵੇਖੋ, ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਜਿਹੜਾ ਉਹ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਜੀ, ਉਹ ਜਿਹੜੀ ਆ ਉਹ ਮੈਂ ਉਸ ਮਾਮਲੇ 'ਚ ਨਹੀਂ ਜਾਣਾ ਚਾਹੁੰਦਾ। ਮੈਂ ਸਿਰਫ ਸਾਹਿਬਜ਼ਾਦਿਆਂ ਦੀ ਸ਼ਹਾਦਤ। ਠੀਕ ਹੈ। ਗੁਰਦੀਪ ਸਿੰਘ ਗੋਸ਼ਾ ਸਿੱਧਾ ਕਹਿ ਰਿਹਾ ਕਿ ਭਾਵਨਾਵਾਂ ਸਮਝਣੀਆਂ ਚਾਹੀਦੀਆਂ, ਉਸ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ, ਕੰਟਰੋਵਰਸੀ ਆਪਣੇ ਆਪ ਖਤਮ ਹੋ ਜਾਊਗੀ। ਸਿਆਲਕਾ ਸਾਹਿਬ ਨੇ ਤਾਂ ਖੁਦ ਕਹਿਤਾ ਵੀ ਭਾਵਨਾ ਬੜੀ ਵਧੀਆ ਹੈਗੀ ਆ। ਫਿਰ ਭਾਵਨਾ ਜੇ ਵਧੀਆ ਹੈਗੀ ਹੈ ਤੇ ਫਿਰ ਉਹ 'ਚ ਮਾੜਾ ਕੀ ਨਿਕਲ ਕੇ ਆਣਾ?
ਹੁਣ ਦੂਜੀ ਗੱਲ ਹਰਸਿਮਰਨ ਜੀ ਨੇ ਗੱਲ ਕੀਤੀ ਹੈ ਕਿ ਪੋਲੀਟੀਕਲੀ ਮੋਟਿਵ ਵਾਸਤੇ ਕੀਤਾ ਹੋਊਗਾ ਭਾਜਪਾ ਨੇ। ਇਸ ਤੋਂ ਪਹਿਲਾਂ ਕਾਲੀਆਂ ਸੂਚੀਆਂ ਖਤਮ ਕਿਸੇ ਨੇ ਨਹੀਂ ਕੀਤੀਆਂ, ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਸੇ ਨੇ ਨਹੀਂ ਖੋਲਿਆ, ਇਸ ਤੋਂ ਪਹਿਲਾਂ ਸੱਜਣ ਕੁਮਾਰ ਵਰਗੇ ਨੂੰ ਕਿਸੇ ਨੇ ਅੰਦਰ ਨਹੀਂ ਸਿੱਟਿਆ, ਇਸ ਤੋਂ ਪਹਿਲਾਂ ਵੀਰਬਾਲ ਦਿਵਸ ਨੇ ਨਹੀਂ ਮਨਾਇਆ। ਮਨਾ ਲੈਂਦੇ, ਫਿਰ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ, ਪਹਿਲਾਂ ਨੂੰ ਵੀ ਮਨਾਉਣਾ ਚਾਹੀਦਾ ਸੀਗਾ। ਹੁਣ ਦੂਜੀ ਗੱਲ ਫਿਰ ਕਹਿ ਰਹੇ, ਹੁਣ ਸਿੱਖਾਂ ਦੀ ਇਕੱਠੇ ਦੀ ਗੱਲ ਕਰ ਦਿੰਦਾ ਮੈਂ ਅੱਜ ਫਿਰ, ਪਹਿਲਾਂ ਵੀ ਸਿਆਲਕਾ ਸਾਹਿਬ ਨਾਲ ਮੇਰੀ ਗੱਲ ਹੋ ਚੁੱਕੀ ਹੈ ਚੈਨਲ ਤੇ। ਮੈਂ ਕਹਿੰਦਾ ਵੀ ਜਿਹੜਾ ਸਿੱਖ ਮਰਿਆਦਾ ਦੇ ਉੱਤੇ ਇੱਕ ਸਿੱਖ ਖਰੜਾ ਤਿਆਰ ਕਰਨ ਲਈ ਗੱਲ ਕੀਤੀ ਸੀਗੀ ਵਾਜਪਾਈ ਸਾਹਿਬ ਨੇ ਕਿ ਆਲ ਇੰਡੀਆ ਐਕਟ ਬਣਾ ਦਿੱਤਾ ਜਾਵੇ ਜਿੱਥੇ ਸਾਰੇ ਸਿੱਖ ਇਕੱਠੇ ਹੋ ਕੇ ਪਾਵਰਫੁਲ ਗੱਲ ਕਰ ਸਕਣ, ਪਰ ਇਹਨਾਂ ਨੇ ਅੱਜ ਤੱਕ ਖਰੜਾ ਦੱਬ ਲਿਆ ਕਿਉਂਕਿ ਇਹ ਨਹੀਂ ਚਾਹੁੰਦੇ ਵੀ ਬਾਕੀ ਸਿੱਖਾਂ ਕੋਲ ਵੀ ਨੁਮਾਇੰਦਗੀ ਜਾਵੇ। ਮੈਂ ਦੇਖੋ ਬੇਨਤੀ ਕਰਦਾ ਬਾਰ-ਬਾਰ ਇਸ ਗੱਲ ਨੂੰ ਕੰਟਰੋਵਰਸੀ ਨਾ ਪਾਈ ਜਾਵੇ, ਬੜਾ ਵੱਡਾ ਕੰਮ ਹੋਇਆ, ਇਹਦਾ ਸਵਾਗਤ ਕਰਨਾ ਚਾਹੀਦਾ। ਬਾਬਾ ਹਰਨਾਮ ਸਿੰਘ ਜੀ ਧੂਮਾ ਸਾਹਿਬ ਦਮਦਮੀ ਟਕਸਾਲ ਦੇ ਮੁਖੀ, ਉਹਨਾਂ ਨੇ ਤਾਂ ਖੁਦ ਇਹਦਾ ਸਵਾਗਤ ਕੀਤਾ। ਹੁਣ ਇੱਕ ਗੱਲ ਹੋਰ ਸੁਣ ਲਓ, ਹੇਮਕੁੰਟ ਸਾਹਿਬ ਦੀ ਰੋਪਵੇ ਦਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਨੇ ਸਵਾਗਤ ਕੀਤਾ, ਫਿਰ ਸ਼੍ਰੋਮਣੀ ਅਕਾਲੀ ਦਲ ਮਗਰ ਲੱਗਦਾ ਨਾ, ਸਾਰੇ ਕਹਿੰਦੇ ਵੀ ਬੜਾ ਚੰਗਾ ਹੋਇਆ ਸੀ, ਪਰ ਸਿਰਫ ਸ਼੍ਰੋਮਣੀ ਕਮੇਟੀ ਤੱਕ ਕੀ ਉਹ ਸੀਮਿਤ ਰਹਿ ਗਿਆ। ਇਹ ਸਿਆਲਕਾ ਸਾਹਿਬ ਨੂੰ ਵੀ ਪਤਾ ਸ਼੍ਰੋਮਣੀ ਕਮੇਟੀ ਨੂੰ ਆਰਡਰ ਕੌਣ ਦਿੰਦਾ ਤੇ ਜਥੇਦਾਰ ਸਾਹਿਬ ਨੂੰ ਆਰਡਰ ਦਿੰਦਾ, ਪਰ ਇਹ ਮਰਿਆਦਾ ਨਹੀਂ ਹੈ। ਮੈਂ ਮਰਿਆਦਾ ਦੀ ਗੱਲ ਕਰਦਾ, ਜਥੇਦਾਰ ਸਾਹਿਬ ਦਾ ਆਰਡਰ ਸਾਰੇ ਸਮੁੱਚੇ ਕੌਮ ਨੂੰ ਮੰਨਣਾ ਚਾਹੀਦਾ, ਪਰ ਮੰਨਿਆ ਥੋੜਾ ਜਾਂਦਾ। ਇਹਦੀ ਨਿਗਾਰ ਤਾਂ ਆਪਣੇ ਪਾਸੋਂ ਹੀ ਆਇਆ ਨਾ, ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਸਿਆਲਕਾ ਸਾਹਿਬ ਇਸ ਗੱਲ ਨੂੰ ਕੰਟਰੋਵਰਸੀ ਨਾ ਪਾਈ ਜਾਈਏ। ਬਾਲਾ ਪ੍ਰੀਤਮ ਜੀ ਕਿਹਨਾਂ ਨੂੰ ਕਿਹਾ ਜਾਂਦਾ ਮੈਨੂੰ ਦੱਸ ਦੇਣ। ਚਲੋ ਤੁਸੀਂ ਇਹ ਦੱਸੋ ਵੀ ਸਾਹਿਬ, ਇੱਕ ਸਵਾਲ, ਇੱਕ ਮੇਰਾ ਸਵਾਲ ਹੈ ਜੀ ਸਾਹਿਬ, ਮੈਂ ਆਮ ਸਾਰਿਆਂ ਨੂੰ ਸਵਾਲ ਕਰਦਾ ਜੀ, ਸਾਹਿਬਜ਼ਾਦਿਆਂ ਦਾ ਜਨਮ ਦਿਨ ਦੇ ਦਿਨ ਦੱਸ ਸਕਦੇ ਕਿਹੜਾ ਹੈਗਾ? ਹਾਂਜੀ ਹਰਸਿਮਰਨ ਜੀ ਜਵਾਬ ਦੇਣਾ ਚਾਹੁੰਦੇ ਤੁਸੀਂ? ਕੋਸ਼ਿਸ਼ ਨਹੀਂ, ਮੈਂ ਉਹਨਾਂ ਦਾ ਜਿਹੜਾ ਆਗਮਨਪੁਰਬ ਜਨਮ ਦਿਨ ਦੱਸ ਸਕਦੇ ਕਿਹੜੇ? ਇੱਕ ਮਿੰਟ ਪਲੀਜ਼ ਹਰਸਿਮਰਨ ਸਿੰਘ ਜੀ, ਇੱਕ ਮਿੰਟ ਸਿਆਲਕਾ ਸਾਹਿਬ, ਇੱਕ ਮਿੰਟ ਗੋਸ਼ਾ ਜੀ ਇੱਕ ਮਿੰਟ। ਹਰਸਿਮਰਨ ਸਿੰਘ ਜੀ ਜਿਹੜਾ ਸਵਾਲ ਗੁਰਦੀਪ ਸਿੰਘ ਗੋਸ਼ਾ ਕਰਦੇ ਪਏ ਉਹਦਾ ਜਵਾਬ ਦੇਣਾ ਚਾਹੀਦਾ। ਨਹੀਂ, ਮੈਂ ਤਾਂ ਸਮਝਦਾ ਵੀ ਦੇਖੋ ਜਿਹੜਾ ਹਰ ਗੱਲ ਜਿਹੜੀ ਬੀਜੇਪੀ ਦਾ ਜਿਹੜਾ ਕੋਈ ਪੈਨਲ ਤੇ ਬੈਠਦਾ ਨਾ ਜੀ, ਜਾਂ ਜੋ ਕੁਝ ਵੀ ਸਿੱਖਾਂ ਨਾਲ ਜੋ ਹੋਇਆ ਹੈ ਇਹ ਆਪਣੇ ਅਹਿਸਾਨ ਜ਼ਰੂਰ ਜਤਾਉਂਦੇ ਨੇ। ਉਹ ਬਣਾਇਆ ਕਿਤਾਬ ਬਣਾਇਆ, ਉਹ ਕਰਾਇਆ, ਮੈਂ ਸਮਝਦਾ ਕਿ ਉਹ ਠੀਕ ਹੈ ਕਿ ਅਸੀਂ ਦੇਸ਼ ਦੇ ਵਾਸੀਆਂ ਦੇਸ਼ ਦੀਆਂ ਸਾਡਾ ਸਾਨ ਨਹੀਂ ਹੈ। ਪ੍ਰਧਾਨ ਮੰਤਰੀ ਸਾਹਿਬ ਦੀ ਬਾਰ-ਬਾਰ ਸਪੀਚ ਸੁਣ ਲਓ। ਇੱਕ ਗੋਸ਼ਾ ਜੀ ਆਪਾਂ ਸੁਣ ਲਈਏ, ਗੋਸ਼ਾ ਜੀ ਸੁਣ ਲਈਏ। ਮੈਂ ਸਾਰਿਆਂ ਨੂੰ ਸੁਣਨਾ ਚਾਹੁੰਦਾ, ਸਾਰਿਆਂ ਨੂੰ ਬਰਾਬਰ ਟਾਈਮ ਮਿਲੂਗਾ। ਹਾਂ ਮਿਸਟਰ ਹਰਸਿਮਰਨ ਸਿੰਘ ਬੋਲੋ ਜੀ। ਦੇਖੋ ਗੱਲ ਇਹ ਹੈ ਕਿ ਹਿੰਦੁਸਤਾਨ ਦੇ ਨਾਲ ਪੰਜਾਬ ਸਿੱਖਾਂ ਨੇ ਆਪਣੀ ਤਕਦੀਰ ਜੋੜੀ ਹੈ। ਅੱਜ ਦੇ 75 ਸਾਲ ਬਾਅਦ ਜੋ ਵੀ ਸਥਿਤੀ ਬਣੀਆਂ ਨੇ, ਸਿੱਖ ਵੱਖ-ਵੱਖ ਪਾਰਟੀਆਂ ਚਲੇ ਗਏ ਹੋਏ ਨੇ। ਹਰ ਪਾਰਟੀ ਦਾ ਆਪਣੀ ਪੋਲਿਸੀ ਹੈ, ਆਪਣੇ ਤਰੀਕੇ ਨਾਲ ਕੰਮ ਕਰ ਰਹੀ ਹੈ, ਹਰ ਨੂੰ ਨਾਲ ਲੈ ਰਹੀ ਹੈ। ਸਿੱਖ ਪੰਜਾਬ ਵਿੱਚ ਮੈਜੋਰਟੀ ਨੇ, ਕੱਲ ਨੂੰ ਉਹ ਘੱਟ ਗਿਣਤੀ ਹੋ ਸਕਦੇ, ਲੇਕਿਨ ਮੈਂ ਸਮਝਦਾ ਕਿ ਜੋ ਇਸ ਲਈ ਸਿੱਖਾਂ ਨੇ ਪੰਜਾਬ ਦੇ ਨਾਲ ਜਾਂ ਆਪਣੀ ਥਾਂ ਬਣਾਈ ਹੈ, ਦੇਸ਼ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਉੱਥੇ ਹਰ ਜਿਹੜਾ ਦੇਸ਼ ਵਾਸੀ ਹੈ, ਹਿੰਦੂ ਬਹੁਤ ਗਿਣਤੀ ਹੈ ਜੇ ਰਾਜ ਕਰਦੇ ਨੇ, ਉਹਨਾਂ ਦਾ ਕਰਜ਼ਦਾਰ ਹੈ। ਨਹੀਂ ਹਰਸਿਮਰਨ ਜੀ ਠੀਕ ਹੈ ਤੁਹਾਡੀ ਗੱਲ, ਪਰ ਜਿਹੜਾ ਬੀਜੇਪੀ ਦੇ ਸਪੋਕਸਪਰਸਨ ਕਹਿਣਾ ਚਾਹ ਰਿਹਾ, ਉਹ ਇਹ ਕਹਿਣਾ ਚਾਹ ਰਿਹਾ ਕਿ ਜੇ ਬਾਦਲ ਨਾਲ ਹੁੰਦੇ ਫਿਰ ਕੋਈ ਇਤਰਾਜ਼ ਨਹੀਂ ਹੋਣਾ ਸੀਗਾ। ਉਹ ਨਾਲ ਇਹ ਵੀ ਕਹਿਣਾ ਚਾਹ ਰਿਹਾ ਕਿ ਇਹ ਪੋਲੀਟੀਕਲ ਮਸਲਾ ਇਸ ਨੂੰ ਬਣਾਇਆ ਗਿਆ, ਇਸ ਸੰਗਤ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਮਿਸਟਰ ਗੋਸ਼ਾ ਇਹ ਕਹਿਣ ਦੇ ਵਿੱਚ ਲੱਗੇ ਹੋਏ ਆ। ਹਰਸਿਮਰਨ ਸਿੰਘ ਜੀ ਇਹਨਾਂ ਤੇ ਟੇਕ ਦੇ ਦਿਓ ਨਾ ਤੁਸੀਂ ਵੀ ਇਹ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਐਸਜੀਪੀਸੀ ਨੂੰ ਇਸ ਕਰਕੇ ਇਤਰਾਜ਼ ਹੈ, ਬੀਜੇਪੀ ਨਾਲੋਂ ਵੱਖ ਆਓ। ਇਹ ਹੋ ਸਕਦਾ ਜੇ ਬਾਦਲ ਸਾਹਿਬ ਨਾਲ ਹੁੰਦੇ ਤਾਂ ਇਹ ਜਿਹੜਾ ਕੰਟਰੋਵਰਸੀ ਪੈਦਾ ਹੀ ਨਾ ਹੁੰਦੀ। ਇਹਨਾਂ ਨੇ ਮਿਲ ਜੁਲ ਕੇ ਆਪਸ ਵਿੱਚ ਕੋਈ ਨਾ ਕਾਰਨ ਹੋ ਸਕਦਾ ਉਦੋਂ ਉਸ ਵੇਲੇ ਇਹ ਨਰਿੰਦਰ ਮੋਦੀ ਇਹ ਮੁੱਦਾ ਹੀ ਨਾ ਲੈ ਕੇ ਆਉਂਦੇ, ਬਾਲ ਦਿਵਸ ਹੀ ਨਾ ਮਨਾਉਂਦੇ। ਸਵਾਲ ਇਹ ਵੀ ਇਸ ਲਈ ਦੌੜ ਹੈ ਕਿ ਪੰਜਾਬ ਦੇ ਸਿੱਖਾਂ ਨੂੰ ਕੌਣ ਨਾਲ ਲੈ ਕੇ ਰੱਖਦਾ ਹੈ। ਅਕਾਲੀ ਦਲ ਕੋਲੋਂ ਸਿੱਖ ਬੇਸ ਕਮਜ਼ੋਰ ਹੋ ਚੁੱਕਾ ਹੈ ਔਰ ਸਿੱਖ ਬੇਸ ਸ਼ਿਫਟ ਹੋ ਗਿਆ ਹੋਰ ਪਾਸੇ, ਬੀਜੇਪੀ ਵੱਲ ਜਾ ਰਹੇ, ਆਮ ਆਦਮੀ ਪਾਰਟੀ ਵੱਲ ਚਲਾ ਗਿਆ। ਇਹਦੀਆਂ ਸਾਰੀਆਂ ਵੱਡੀਆਂ ਜਿਹੜੀਆਂ ਸਾਰੀਆਂ ਹੈਗੀਆਂ, ਬੀਜੇਪੀ ਸਿੱਖਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ, ਸਵਾਲ ਠੀਕ ਹੈ, ਲੇਕਿਨ ਉਹ ਕਿਸੇ ਆਸਾਨ ਥੱਲੇ ਨਾ ਆਵੇ ਔਰ ਉਹ ਜਿਹੜੀਆਂ ਕੁਰਬਾਨੀ ਉਸ ਨੂੰ ਮਾਨਸਤ ਕਰਦੇ, ਰਿਕਗਨਾਈਜ਼ ਕਰਕੇ ਸਿੱਖਾਂ ਦੀ ਕੰਟਰੀਬਿਊਸ਼ਨ ਲੈ ਕੇ ਜਾਵੇ। ਮੇਰਾ ਕਹਿਣ ਦਾ ਭਾਵ ਹੈ ਪੋਲੀਟੀਕਲ ਇਸ਼ੂ ਨਾ ਪਾਓ, ਜਿਸ ਪਵਿੱਤਰਤਾ ਦੇ ਨਾਲ ਜਾਂ ਜਿਸ ਮਹਾਨ ਦੇ ਨਾਲ ਕੁਰਬਾਨੀਆਂ ਹੋਈਆਂ ਨੇ, ਉਸ ਕੁਰਬਾਨੀਆਂ ਸ਼ਹਾਦਤਾਂ ਨੂੰ ਠੀਕ ਹੈ ਗੋਸ਼ਾ ਜੀ ਆ ਰਿਹਾ, ਮੈਂ ਤੁਹਾਨੂੰ ਇੱਕ ਮਿੰਟ ਆ ਰਿਹਾ। ਚਲੋ ਸਿਆਲਕਾ ਸਾਹਿਬ ਸੰਗਤ ਨੂੰ ਇਤਰਾਜ਼ ਹੈਗਾ ਸਰ, ਜੋ ਐਸਜੀਪੀਸੀ ਨੂੰ ਇਤਰਾਜ਼ ਹੈ, ਜੋ ਜਥੇਦਾਰ ਸਾਹਿਬ ਨੂੰ ਇਤਰਾਜ਼ ਹੈ, ਜੋ ਸ਼੍ਰੋਮਣੀ ਅਕਾਲੀ ਨੂੰ ਇਤਰਾਜ਼ ਹੈ, ਸੰਗਤ ਨੂੰ ਇਤਰਾਜ਼ ਹੈ। ਤਰਜਮਾਨੀ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਦੇਖੋ ਗੋਸ਼ਾ ਜੀ ਨੇ ਆ 4 ਪ੍ਰਾਪਤੀਆਂ ਗਣਾਈਆਂ। ਮੈਂ ਸਮਝਦਾ ਮੇਰੇ ਤੋਂ ਪਹਿਲਾਂ ਸਰ ਸਿੰਘ ਉਹਨਾਂ ਨੇ ਵੀ ਜਵਾਬ ਦਿੱਤਾ ਕਿ ਇਹਨਾਂ ਚੀਜ਼ਾਂ ਦਾ ਸਤਿਕਾਰ ਜ਼ਰੂਰ ਹੈ, ਪਰ ਇਹਨਾਂ ਦਾ ਅਹਿਸਾਨ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ। ਸਰਕਾਰ ਦਾ ਫਰਜ਼ ਬਣਦਾ ਜੇ ਰੋਪਵੇ ਬਣਾਇਆ ਤੇ ਇਹਦੇ ਤੋਂ ਪਹਿਲਾਂ ਕੋਈ ਇਹ ਨਹੀਂ ਇਹੋ ਬਣਾਇਆ ਗਿਆ, ਇਹਦੇ ਤੋਂ ਪਹਿਲਾਂ ਬੜੇ ਰੋਪਵੇ ਬਣੇ ਨੇ ਜਿਹੜੇ ਸਰਕਾਰ ਨੇ ਬਣਾਏ ਨੇ।
ਤੇ ਉਹ ਵੱਖ-ਵੱਖ ਥਾਵਾਂ ਤੇ ਬਣਾਏ ਗਏ ਨੇ। ਚਲੋ, ਜੇ ਠੀਕ। ਉੱਥੇ ਬਣਾ ਦਿੱਤਾ ਹੈ ਤਾਂ ਉਹਦਾ ਸਵਾਗਤ ਤੇ ਜ਼ਰੂਰ ਹੈ, ਪਰ ਉਹਦਾ ਸਰਕਾਰ ਨੂੰ ਚਲੋ। ਨੁਕਸਾਨ ਨਹੀਂ ਕਰਨਾ ਚਾਹੀਦਾ। ਗੁਰਦੀਪ ਸਿੰਘ ਗੋਸ਼ਾ, ਮੇਰਾ ਸਵਾਲ ਬੜਾ ਸੰਜੀਦਗੀ ਨਾਲ ਸੁਣਿਓ ਗੋਸ਼ਾ ਜੀ। ਗੋਸ਼ਾ ਜੀ, ਤੁਸੀਂ ਇਸ ਸਾਰੇ ਮਸਲੇ ਦਾ ਹੱਲ ਕੱਢ ਸਕਦੇ ਹੋ। ਤੁਸੀਂ ਇਦਾਂ ਕਰੋ, ਸੰਗਤ ਦੇ ਵਿੱਚ ਜਾਓ, ਸੰਗਤ ਦੀਆਂ ਭਾਵਨਾਵਾਂ ਨੂੰ ਸਮਝੋ। ਛੱਡੋ ਜੇ ਤੁਹਾਨੂੰ ਐਸਜੀਪੀਸੀ ਨਹੀਂ ਸਮਝ ਆ ਰਹੀ, ਛੱਡੋ ਜੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਸਮਝ ਆ ਰਿਹਾ, ਛੱਡੋ ਕੋਈ ਹੋਰ ਸੰਸਥਾ ਤੁਹਾਨੂੰ ਨਹੀਂ ਸਮਝ ਆ ਰਹੀ, ਸੰਗਤ ਨੂੰ ਸਮਝ ਲਓ ਨਾ ਸਰ। ਗੋਸ਼ਾ ਜੀ, ਮੁੱਦਾ ਮੁਕਾਓ। ਆਪਾਂ ਕਿਉਂ ਵਿਵਾਦ ਖੜਾ ਕਰੀ ਜਾਂਦੇ ਹਾਂ? ਏਪੀ ਸਾਹਿਬ, ਮੁੱਦਾ ਬਣਾ ਕੇ ਸਿੱਟਿਆ ਜਾ ਰਿਹਾ, ਕੰਟਰੋਵਰਸੀ ਜਾਣ ਕੇ ਮੈਂ ਕਹਿ ਰਿਹਾ ਪਾਈ ਜਾ ਰਹੀ ਹੈ। ਬਣਦੀ ਕਈ ਚੀਜ਼ ਖਰਾਬ ਹੋ ਜਾਂਦੀ ਹੈ, ਪਰ ਸੰਗਤ ਅਵੇਅਰ। ਦੂਜੀ ਗੱਲ, ਕੋਈ ਆਸਾਨ ਨਹੀਂ। ਪ੍ਰਧਾਨ ਮੰਤਰੀ ਸਾਹਿਬ ਨੂੰ ਬੁੱਧੀ ਸਿੱਖ ਵਰਗ ਵੀ ਮਿਲਿਆ ਸੀਗਾ। ਮੈਂ ਖੁਦ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਧੰਨਵਾਦ ਕੀਤਾ ਤੇ ਉਹਨਾਂ ਨੇ ਕੀ ਕਿਹਾ ਸੁਣ ਲਓ। ਉਹਨਾਂ ਨੇ ਕਿਹਾ ਮੇਰਾ ਫਰਜ਼ ਥਾ ਜੇ, ਉਹਨਾਂ ਨੇ ਕਿਹਾ ਮੇਰਾ ਫਰਜ਼ ਹੈ। ਅਸੀਂ ਕਦੇ ਨਹੀਂ ਕਹਿੰਦੇ ਆਸਾਨ ਕੀਤਾ, ਝੂਠ ਗੱਲ ਆਪਣੇ ਸਾਡੇ ਮੂੰਹ 'ਚ ਨਾ ਪਾਓ। ਜਦ ਪੀਐਮ ਸਾਹਿਬ ਖੁਦ ਕਹਿ ਰਹੇ ਵੀ ਮੇਰਾ ਫਰਜ਼ ਬਣਦਾ, ਮੈਂ ਆਪਣਾ ਫਰਜ਼ ਨਿਭਾ ਰਿਹਾ। ਨਹੀਂ ਗੋਸ਼ਾ ਜੀ ਇੱਕ ਮਿੰਟ ਸੁਣ ਲਓ, ਬਾਕੀ ਸੁਣ ਲਓ ਪਲੀਜ਼, ਏਦਾਂ ਨਾ ਕਰੋ। ਗੋਸ਼ਾ ਜੀ, ਇੱਕ ਸਵਾਲ ਇਹ ਹੈ, ਜੇ ਪ੍ਰਧਾਨ ਮੰਤਰੀ ਨੇ ਫੈਸਲਾ ਕੀਤਾ ਉਹ ਸਵਾਗਤ ਕਰਦੇ ਪਏ ਆ, ਉਹ ਕਹਿੰਦੇ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਲਓ, ਤੁਸੀਂ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਕੰਮ ਕਰ ਲਓ, ਕੋਈ ਦਿੱਕਤ ਹੈ ਕੀ? ਗੋਸ਼ਾ ਜੀ, ਸੰਗਤ ਨੂੰ ਕੋਈ ਇਤਰਾਜ਼ ਨਹੀਂ। ਸੰਗਤ ਦੇ ਵਿੱਚ ਜਾਣ ਬੁੱਝ ਕੇ ਗੱਲ ਬਣਾ ਕੇ ਮੁੱਦਾ ਬਣਾਇਆ ਜਾ ਰਿਹਾ। ਮੈਂ ਬਾਰ-ਬਾਰ ਕਹਿੰਦਾ ਇਸ ਨੂੰ ਮੁੱਦਾ ਨਾ ਕਰੀਏ। ਇਹਦੀ ਭਾਵਨਾ ਤੁਸੀਂ ਹਲਕਾ ਸਾਹਿਬ ਨੇ ਖੁਦ ਹੀ ਕਹਿਤਾ, ਉਹ ਵੀ ਬੁਲਾਰੇ ਆ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਬੈਠੇ ਹੋਏ ਆ, ਉਹਨਾਂ ਨੇ ਖੁਦ ਕਿਹਾ ਕਿ ਭਾਵਨਾ ਬੜੀ ਚੰਗੀ ਆ। ਫਿਰ ਭਾਵਨਾ ਹੀ ਹੁੰਦੀ ਹੈ ਨਾ, ਸਿੱਖ ਦੀ ਭਾਵਨਾ ਦੀ ਤਾਂ ਕਦਰ। ਚਲੋ ਅਕਾਲੀ ਦਲ ਨੂੰ, ਗੋਸ਼ਾ ਜੀ ਅਕਾਲੀ ਦਲ ਨੂੰ ਮਿਲ ਕੇ ਜਾਊਗਾ ਸਰ ਮੁੱਦਾ ਬਣਾ ਕੇ, ਇਹ ਮੈਨੂੰ ਦੱਸ ਦਿਓ ਪਲੀਜ਼। ਉਹ ਆਪਣਾ ਦਿਖਾ ਰਹੇ ਕਿ ਅਸੀਂ ਵੀ ਹੈਗੇ ਆ, ਉਹ ਆਪਣੀ ਪ੍ਰੈਜ਼ੈਂਸ ਸ਼ੋ ਕਰ ਰਹੇ ਆ, ਪਰ ਇਦਾਂ ਨਹੀਂ ਹੋਣਾ ਚਾਹੀਦਾ। ਜਦੋਂ ਪੋਲੀਟੀਕਲ ਬੜੇ ਮੁੱਦੇ ਹੈਗੇ ਉੱਚੇ ਪ੍ਰੈਜ਼ੈਂਸ ਸ਼ੋ ਕਰ ਲੈਣ, ਇੱਥੇ ਨਾ ਕਰਨ ਘੱਟੋ ਘੱਟ। ਚਲੋ ਬਹੁਤ ਧੰਨਵਾਦ, ਮੇਰੇ ਕੋਲ ਵਕਤ ਨਹੀਂ ਆਇਆ। ਹਰਸਿਮਰਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ, ਭਗਵੰਤ ਸਿੰਘ ਸਿਆਲਕਾ ਜੀ ਤੁਹਾਡਾ ਬਹੁਤ ਧੰਨਵਾਦ, ਗੁਰਦੀਪ ਸਿੰਘ ਗੋਸ਼ਾ ਤੁਹਾਡਾ ਬਹੁਤ ਧੰਨਵਾਦ। ਇਹ ਮੁੱਦਾ ਬਹੁਤ ਗੰਭੀਰਤਾ ਵਾਲਾ ਹੈ, ਬਹੁਤ ਸੰਜੀਦਗੀ ਵਾਲਾ। ਮੇਰੇ ਕੋਲ ਵਕਤ ਹੁਣ ਇੰਨਾ ਹੀ ਹੈ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਵੀਰ ਬਾਲ ਦਿਵਸ ਤੇ ਇਤਰਾਜ਼ ਕਿਉਂ ਹੈਗਾ? ਸਾਰਿਆਂ ਨੇ ਆਪਣੇ ਆਪਣੇ ਪੱਖ ਰੱਖਤੇ ਹੈ, ਪਰ ਜੋ ਪੰਥਕ ਰਵਾਇਤਾਂ ਮੁਤਾਬਕ ਜਾਂ ਪੰਥਕ ਮੂਲ ਭਾਵਨਾ ਦੇ ਤਹਿਤ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ, ਉਸ ਦੇ ਮੁਤਾਬਕ ਇੱਕ ਪੈਨਲ, ਇੱਕ ਕਮੇਟੀ ਬਣਾ ਕੇ ਇਸ ਮਸਲੇ ਦਾ ਨਿਬੇੜਾ ਕੀਤਾ ਜਾ ਸਕਦਾ ਹੈ। ਪਰ ਜੇ ਇਸ ਮੁੱਦੇ ਤੇ ਸਿਆਸਤ ਇਸ ਮੁੱਦੇ ਨੂੰ ਗਰਮ ਰੱਖਣਾ ਚਾਹ ਰਹੀ ਹੈ, ਇਹਦਾ ਮਤਲਬ ਉਹਨਾਂ ਦਾ ਕੋਈ ਨਾ ਕੋਈ ਏਜੰਡਾ ਹੈਗਾ। ਤੇ ਇਸ ਸਿਆਸਤ ਨੂੰ ਜੇ ਧਰਮ ਦੇ ਬਿਨਾਂ ਤੇ ਧਰਮ ਦੇ ਆਧਾਰ ਤੇ ਆਪਣਾ ਏਜੰਡਾ ਸੈੱਟ ਕਰਨਾ ਆ ਰਿਹਾ, ਤੇ ਫਿਰ ਸੰਗਤ ਨੂੰ ਇਹ ਸਮਝਣਾ ਚਾਹੀਦਾ ਕੌਣ ਕੀ ਕਰ ਰਿਹਾ ਹੈ। ਬਹੁਤ ਧੰਨਵਾਦ।